फरवरी ਦੇ ਵਿੱਚ ਸ਼ਿਕਾਵਤ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ। ਉਹਦੇ 'ਚ ਲਿਖਿਆ ਸੀ ਵੀ ਉਹ ਤਿੰਨ ਨਾਂ ਵਾਲੇ ਬੰਦੇ ਜਿਹੜੇ ਬਲਵੀਰ ਸਿੰਘ ਲੰਮੇ ਜੱਟਪੁਰਾ, ਹਰਜਿੰਦਰ ਸਿੰਘ ਕਾਲੀ ਤੇ ਵਰਿਆਮ ਸਿੰਘ ਇਹ ਆਲਰੇਡੀ ਰਿਲੀਜ਼ ਹੋ ਚੁੱਕੇ ਆ। ਉਹਨਾਂ ਦੀ ਥਾਂ ਦੇ ਉੱਤੇ ਬੇਅੰਤ ਮਦਰਾਰੇ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਤੇ ਗੁਰਮੀਤ ਸਿੰਘ ਦਾ ਨਾਂ ਬਣਦਾ। ਕਰਨਾਟਕਾ ਦੀ ਹਾਈ ਕੋਰਟ ਦੇ ਵਿੱਚ ਜਾਂ ਕਿਸੇ ਕੋਰਟ ਦੇ ਵਿੱਚ ਇਸ ਸੰਬੰਧ ਦੇ ਵਿੱਚ ਕੋਈ ਮੈਟਰ ਪੈਂਡਿੰਗ ਨਹੀਂ ਹੈਗਾ। ਦੂਸਰੀ ਸਟੇਟ ਦਾ ਕੋਈ ਬੰਦੀ ਆ ਉਹਦੀ ਰਿਹਾਈ ਅਸੀਂ ਨਹੀਂ ਰਿਕਮੈਂਡ ਕਰਦੇ। ਆਰਟੀਕਲ 72 ਦੇ ਵਿੱਚ ਸੈਂਟਰ ਗਵਰਨਮੈਂਟ ਕਰ ਲਵੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਸ਼ਿਕਾਵਤ ਜੀ ਨੇ ਇਹ ਵੀ ਬਿਆਨ ਦਿੱਤਾ ਵੀ ਹੱਥ ਜੋੜ ਕੇ ਕਹਿ ਰਹੇ ਸੀਗੇ ਵੀ ਮੈਂ ਮੀਡੀਆ ਨੂੰ ਬੇਨਤੀ ਕਰਦਾ ਮੇਰੇ ਤੱਕ ਜਿਹੜੀ ਉਹ ਸੂਚੀ ਹੈ, ਲਿਸਟ ਹੈ, ਉਹ ਪਹੁੰਚਾ ਦਿਓ, ਮੈਨੂੰ ਅਜੇ ਤੱਕ ਲਿਸਟ ਹੀ ਨਹੀਂ ਮਿਲੀ। ਸਿਆਸੀ ਲੋਕ ਆ, ਕੋਈ ਵੀ ਗੱਲ ਕਹਿ ਸਕਦੇ। ਹੁਣ ਉੱਥੇ ਪੱਤਰਕਾਰਾਂ ਕੋਲ ਤਾਂ ਲਿਸਟ ਹੋਣੀ। ਅੜਚਨ ਕਿੱਥੇ ਆ ਰਹੀ ਹੈਗੀ ਹੈ? ਮਨਸ਼ਾ ਤੁਸੀਂ ਕਿਵੇਂ ਦੀ ਦੇਖਦੇ ਹੋ? ਕੇਂਦਰ ਪੋਲੀਟੀਕਲ ਲੋਕ ਜੇ ਕੋਈ ਲਾਹਾ ਲੈਣਾ ਚਾਹੁੰਦੇ ਆ ਤਾਂ ਉਹ ਰਿਹਾ ਕਰਨ, ਜਿਹੜਾ ਵੀ ਕਰੂਗਾ ਉਹਦਾ ਕ੍ਰੈਡਿਟ ਲਵੇ। ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ। ਇਸ ਵੇਲੇ ਫੇਰ ਪੰਜਾਬ ਦੇ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਬੜੀ ਚਰਚਾ 'ਚ ਹੈ, ਬੜਾ ਗਰਮਾਇਆ ਹੋਇਆ। ਕੱਲ੍ਹ ਯੂਨੀਅਨ ਮਿਨਿਸਟਰ ਗਜੇਂਦਰ ਸਿੰਘ ਸ਼ੇਖਾਵਤ ਮੋਹਾਲੀ ਪਹੁੰਚੇ ਸੀਗੇ, ਅਨੰਦਪੁਰ ਸਾਹਿਬ ਕੌਂਸਟੀਟੂਐਂਸੀ ਦਾ ਦੌਰਾ ਕਰ ਰਹੇ ਸੀਗੇ ਤੇ ਪ੍ਰੈਸ ਕਾਨਫਰੰਸ ਕਰਦਿਆਂ ਜਦੋਂ ਉਹਨਾਂ ਤੋਂ ਸਵਾਲ ਕੀਤਾ ਗਿਆ ਸੀਗਾ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ, ਤਾਂ ਉਹਨਾਂ ਨੇ ਕਈ ਸਟੇਟਮੈਂਟਸ ਦਿੱਤੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀ ਕਿਹੜੇ ਰਿਹਾ ਕਰਨੇ ਨੇ ਜਿਹੜੀ ਸੂਚੀ ਹੈ ਉਹ ਮੈਨੂੰ ਦਿੱਤੀ ਜਾਵੇ, ਅਜੇ ਤੱਕ ਮੈਨੂੰ ਮਿਲੀ ਨਹੀਂ। ਤੇ ਨਾਲ ਹੀ ਇਹ ਵੀ ਕਿਹਾ ਵੀ ਜਿਨ੍ਹਾਂ ਨੂੰ ਛੱਡਿਆ ਜਾ ਸਕਦਾ ਸੀਗਾ ਉਹ ਆਲਰੇਡੀ ਸੈਂਟਰ ਨੇ ਛੱਡ ਦਿੱਤਾ। ਜਿਹੜੇ 2 ਕੇਸਿਸ ਰਹਿੰਦੇ ਨੇ ਉਹ ਇੱਕ ਦਿੱਲੀ ਗਵਰਨਮੈਂਟ ਦੇ ਨਾਲ ਜੁੜਿਆ ਹੋਇਆ, ਕਰਨਾਟਕਾ ਕੋਰਟ ਦੇ ਨਾਲ ਜੁੜਿਆ ਹੋਇਆ। ਸੋ ਇਹਦੇ ਵਿੱਚ ਸੈਂਟਰ ਹੈ ਜਿਹੜਾ ਉਹ ਕੁਝ ਨਹੀਂ ਕਰ ਸਕਦਾ, ਇਸ ਤਰ੍ਹਾਂ ਦੀ ਸਟੇਟਮੈਂਟ ਦਿੱਤੀ ਹੈ। ਤੇ ਵੱਖ-ਵੱਖ ਹਿਊਮਨ ਐਕਟੀਵਿਸਟ ਹੋਣ ਜਾਂ ਹੋਰ ਸਿੱਖ ਆਰਗੇਨਾਈਜੇਸ਼ਨਸ ਹੋਣ ਜਿਹੜੀਆਂ ਬਹੁਤ ਸਾਲਾਂ ਤੋਂ ਇਹ ਲੜਾਈ ਲੜ ਰਹੀਆਂ ਨੇ ਕਿ ਬੰਦੀ ਸਿੰਘ ਨੇ ਜਿਨ੍ਹਾਂ ਦੀ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਛੱਡਿਆ ਜਾਵੇ। ਇਸ 'ਤੇ ਚਰਚਾ ਕਰਾਂਗੇ ਕਿਉਂਕਿ ਚਰਚਾ ਕਰਨੀ ਇਸ ਕਰਕੇ ਵੀ ਬਣਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਲੈਟਰ ਲਿਖ ਕੇ 9 ਬੰਦੀ ਸਿੱਖਾਂ ਦੇ ਜਿਹੜੇ ਨਾਂ ਭੇਜੇ ਗਏ ਨੇ, ਰਿਹਾਈ ਦੀ ਮੰਗ ਕੀਤੀ ਗਈ ਹੈ, ਸਮਾਂ ਮੰਗਿਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ। ਸੋ ਸਾਰੇ ਵਿਸ਼ੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਮੌਜੂਦ ਨੇ। ਐਡਵੋਕੇਟ ਸਾਹਿਬ, ਕਿਵੇਂ ਦੇਖਦੇ ਹੋ ਇਸ਼ੂ ਹੁਣ ਫੇਰ ਚਰਚਾ ਦੇ ਵਿੱਚ ਹੈ? ਕੱਲ੍ਹ ਬੇਅੰਤ ਸਿੰਘ ਸਾਬਕਾ CM ਦੀ 26ਵੀਂ ਬਰਸੀ ਵੀ ਸੀਗੀ, ਉੱਧਰੋਂ ਸ਼ੇਖਾਵਤ ਮੋਹਾਲੀ ਆਏ ਵੇ ਸੀ, ਉਹਨਾਂ ਨੇ ਜਿਹੜਾ ਸਟੇਟਮੈਂਟ ਦਿੱਤੀ ਵੀ ਇਹ ਤਾਂ ਦਿੱਲੀ ਸਰਕਾਰ ਨੂੰ ਪੁੱਛੋ ਜਾਂ ਕਰਨਾਟਕਾ ਕੋਰਟ ਦੇ ਨਾਲ ਜੁੜਿਆ ਹੋਇਆ ਮੈਟਰ ਹੈ, ਅਸੀਂ ਆਪਦੇ ਐਂਡ 'ਤੇ ਸਾਰਾ ਕੁਝ ਕਰ ਦਿੱਤਾ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਿਹੜਾ ਗਜਿੰਦਰ ਸ਼ੇਖਾਵਤ ਹੁਣਾਂ ਨੇ ਕੱਲ੍ਹ ਗੱਲਾਂ ਕੀਤੀਆਂ, ਮੈਂ ਵੀ ਉਹ ਬਾਬੂਸ਼ਾਹੀ 'ਤੇ ਦੇਖਿਆ ਸੀਗਾ ਵੀ ਉਹਨਾਂ ਨੇ ਕੀ ਬੋਲਿਆ। ਉਹਨਾਂ ਨੇ 2-3 ਗੱਲਾਂ ਤਾਂ ਠੀਕ ਕਹੀਆਂ, ਪਰ 2-3 ਉਹਨਾਂ ਨੇ ਠੀਕ ਨਹੀਂ ਕਹੀਆਂ। ਇੱਕ ਤਾਂ ਉਹਨਾਂ ਨੇ ਕਿਹਾ ਵੀ ਮੈਨੂੰ ਕਿਸੇ ਨੇ ਸੂਚੀ ਨਹੀਂ ਦਿੱਤੀ। ਫਰਵਰੀ ਦੇ ਵਿੱਚ ਜਦੋਂ ਇਲੈਕਸ਼ਨ ਤੋਂ ਪਹਿਲਾਂ ਉੱਥੇ ਕਮੇਟੀ ਬਣੀ ਸੀਗੀ ਤੇ ਮੈਂ ਵੀ ਗਿਆ ਸੀ ਤੇ ਫਗਵਾੜੇ ਉਹਨਾਂ ਨੂੰ ਜਿਹੜੀ ਆ ਸੂਚੀ ਦਿੱਤੀ ਗਈ ਸੀ ਡਿਟੇਲ ਕਰਕੇ ਹਰੇਕ ਬੰਦੀ ਸਿੰਘ ਦਾ ਕੀ ਬਣਦਾ ਹੈਗਾ। ਦੂਸਰੀ ਉਹਨਾਂ ਨੇ ਗੱਲ ਕੀਤੀ ਵੀ ਜੋ 550 ਸਾਲਾਂ 'ਤੇ ਮੋਦੀ ਸਾਹਿਬ ਨੇ ਕੀਤਾ ਸੀ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ, ਉਹਦੇ ਮੁਤਾਬਕ 2 ਬੰਦੇ ਰਹਿ ਗਏ ਆ। ਉਹ ਉਹਨਾਂ ਦੀ ਗੱਲ ਉਨੀ ਠੀਕ ਹੈ ਵੀ 2 ਰਹਿ ਗਏ ਆ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਿੱਲੀ ਸਰਕਾਰ ਦਾ, ਕੇਜਰੀਵਾਲ ਨੇ ਉਹਦਾ ਫਾਈਨਲ ਸੈਂਟੈਂਸ ਰਿਵਿਊ ਬੋਰਡ ਨੇ 2 ਮਾਰਚ ਤੋਂ ਬਾਅਦ ਉਹਨਾਂ ਨੇ ਡੈਫਰ ਕੀਤਾ ਹੋਇਆ, ਮੀਟਿੰਗ ਨਹੀਂ ਕੀਤੀ। ਦੂਸਰਾ ਗੁਰਦੀਪ ਸਿੰਘ ਖੇੜੇ ਦਾ ਜੋ ਕਰਨਾਟਕਾ ਗੌਰਮੈਂਟ ਨਾਲ। ਸੋ ਇਹ ਵੀ ਜ਼ਿਕਰਯੋਗ ਆ ਵੀ ਕਰਨਾਟਕ ਦੇ ਵਿੱਚ ਵੀ BJP ਦੀ ਸਰਕਾਰ ਆ ਤੇ ਸੈਂਟਰ 'ਚ ਵੀ BJP ਦੀ ਸਰਕਾਰ ਆ। ਸੋ ਜੇ ਕੇਜਰੀਵਾਲ ਨਹੀਂ BJP ਦੇ ਕਿਹਾ ਭੁੱਲਰ ਸਾਹਿਬ ਦੀ ਰਿਹਾਈ ਕਰ ਰਿਹਾ ਤਾਂ ਉਹਨਾਂ ਨੂੰ ਉੱਥੋਂ ਜਿਹੜੀ ਆ ਰਿਹਾਈ ਕਰਾਉਣੀ ਚਾਹੀਦੀ ਹੈ। ਪਰ ਐਟ ਦੀ ਐਂਡ ਉਹਨਾਂ ਨੇ ਇਹ ਨਾਲ ਗੱਲ ਗਲਤ ਕਹਿ ਦਿੱਤੀ ਵੀ ਉਹ ਕਰਨਾਟਕਾ ਨਿਆਂਯਾਲੇ ਦਾ ਮਸਲਾ। ਸੋ ਕਰਨਾਟਕਾ ਦੀ ਹਾਈ ਕੋਰਟ ਦੇ ਵਿੱਚ ਜਾਂ ਕਿਸੇ ਕੋਰਟ ਦੇ ਵਿੱਚ ਇਸ ਸੰਬੰਧ ਦੇ ਵਿੱਚ ਕੋਈ ਮੈਟਰ ਪੈਂਡਿੰਗ ਨਹੀਂ ਹੈਗਾ। ਮੇਰੀ ਜਾਣਕਾਰੀ ਦੇ ਮੁਤਾਬਕ ਕਰਨਾਟਕਾ ਸਰਕਾਰ ਨੇ ਇੱਕ ਕੋਈ ਰੂਲ ਬਣਾਇਆ ਹੈਗਾ ਜਿਹਦੇ ਤਹਿਤ ਉਹਨਾਂ ਨੇ ਨਿਯਮ ਆ ਵੀ ਅਸੀਂ ਜਿਹੜਾ ਦੂਸਰੀ ਸਟੇਟ ਦਾ ਕੋਈ ਬੰਦੀ ਆ ਉਹਦੀ ਰਿਹਾਈ ਅਸੀਂ ਨਹੀਂ ਰਿਕਮੈਂਡ ਕਰਦੇ। ਸੋ ਕਰਨਾਟਕਾ ਗੌਰਮੈਂਟ ਨੇ ਬੈਕ ਟੂ ਸੈਂਟਰ ਗੌਰਮੈਂਟ ਉਹ ਜਿਹੜੀ ਚਿੱਠੀ ਸੀ 550 ਸਾਲਾਂ ਵਾਲੀ, ਉਹਨਾਂ ਨੇ ਇਹ ਵਿਦ ਨੋਟਿੰਗ ਵੀ ਤੁਸੀਂ ਆਰਟੀਕਲ 72 ਦੇ ਵਿੱਚ ਸੈਂਟਰ ਗੌਰਮੈਂਟ ਕਰ ਲਵੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਨਹੀਂ ਕਰਨਾ। ਸੋ ਇੱਕ ਇਹਨਾਂ ਨੇ ਇਹ ਗੱਲ ਜਿਹੜੀ ਆ ਉਹ ਗਲਤ ਕਹੀ। ਦੂਸਰੀ ਉਹਨਾਂ ਨੇ ਬਹੁਤ ਸਪੈਸ਼ਲ ਕਿਸੇ ਨੇ ਉਹਦੇ ਉੱਤੇ ਉਹਦਾ ਨਹੀਂ ਨੋਟਿਸ ਲਿਆ। ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਸਾਰੇ ਕਰਤੇ ਆ, ਜੋ ਇੱਕ ਡੈਥ ਸੈਂਟੈਂਸ ਵਾਲਾ ਨੂੰ ਉਮਰ ਕੈਦ 'ਚ ਤਬਦੀਲ ਕਰਨੀ ਸੀ ਉਹ ਵੀ ਅਸੀਂ ਕਰ ਦਿੱਤਾ। ਉਹਦੇ 'ਚ ਸਿਰਫ ਉਹ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਜ਼ਿਕਰ ਸੀ। ਸੋ ਜੇ ਉਹ ਹੋ ਗਈ ਆ ਤੇ ਉਹਦੀ ਇੰਟੀਮੇਸ਼ਨ ਜਾਂ ਉਹਦੀ ਖੁਸ਼ਖਬਰੀ ਜਿਹੜੀ ਆ ਉਹ ਮੀਡੀਆ ਦੇ ਵਿੱਚ ਆ ਜਾਣੀ ਸੀਗੀ
ਤੇ ਸਭ ਤੋਂ ਮੇਨ ਗੱਲ ਹੈ ਵੀ ਉਹ ਨੋਟੀਫਿਕੇਸ਼ਨ ਜਾਂ ਉਹਦੀ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਦਾ ਭਾਈ ਰਾਜੋਆਣੇ ਦਾ ਸੈਂਟਰਲ ਜੇਲ੍ਹ ਪਟਿਆਲਾ ਦੇ ਵਿੱਚ ਆਉਣਾ ਉਹਦੀ, ਫਿਰ ਅਸੀਂ ਉਹਦੇ ਤੇ ਯਕੀਨ ਕਰ ਸਕਦੇ ਹਾਂ। ਪਰ ਉਹਨਾਂ ਨੇ ਜੇ ਗੱਲ ਕਹੀ ਆ ਇੱਕ ਯੂਨੀਅਨ ਹੋਮ ਮਿਨਿਸਟਰ ਦੇ ਵੀ ਉਹ ਕਰ ਦਿੱਤੀ ਗਈ ਆ, ਉਹ ਚੰਗੀ ਗੱਲ ਆ, ਆਉਂਦੇ ਦਿਨਾਂ 'ਚ ਉਹਦਾ ਪਤਾ ਲੱਗ ਜਾਏ। ਜਾਂ ਮੈਂ ਮੀਡੀਆ ਨੂੰ ਵੀ ਕਹੂੰਗਾ ਵੀ ਸੈਂਟਰਲ ਜੇਲ੍ਹ ਸੁਪਰਡੈਂਟ ਕੋਲੋਂ ਇਸ ਬਾਰੇ ਜਾਣਕਾਰੀ ਲੈਣ। ਤੇ ਦੂਸਰੀ ਜਿਹੜੀ ਉਹ ਜਿਹੜਾ ਪੱਤਰ ਸੀਗਾ 550 ਸਾਲਾਂ ਦੇ ਵਿੱਚ, ਉਹ 'ਚ 3 ਨਾਂ ਅਜਿਹੇ ਸੀਗੇ ਜਿਹੜਾ ਕਿ ਜਦੋਂ ਅਸੀਂ ਫਰਵਰੀ ਦੇ ਵਿੱਚ ਸ਼ਿਖਾਵਤ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ, ਉਹਦੇ 'ਚ ਲਿਖਿਆ ਸੀ ਵੀ ਉਹ 3 ਨਾਂ ਵਾਲੇ ਬੰਦੇ ਜਿਹੜੇ ਬਲਵੀਰ ਸਿੰਘ ਲੰਮੇ ਜੱਟਪੁਰਾ, ਹਰਜਿੰਦਰ ਸਿੰਘ ਕਾਲੀ ਤੇ ਵਰਿਆਮ ਸਿੰਘ, ਇਹ ਆਲਰੇਡੀ ਰਿਲੀਜ਼ ਹੋ ਚੁੱਕੇ ਆ। ਇਹਨਾਂ ਦਾ ਨੋਟੀਫਿਕੇਸ਼ਨ 'ਚ ਗਲਤੀ ਨਾਲ ਨਾਂ ਜਾਂ ਯਾਨੀ ਕਿ ਕਿਸੇ ਭਾਵਨਾ ਨਾਲ ਨਾ ਪਾਇਆ, ਉਹਨਾਂ ਦੀ ਥਾਂ ਦੇ ਉੱਤੇ ਬੇਅੰਤ ਮਲਰਾਰੇ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਤੇ ਗੁਰਮੀਤ ਸਿੰਘ ਦਾ ਨਾਂ ਬਣਦਾ। ਸੋ ਸਾਰੀ ਉਹਨਾਂ ਦੇ ਧਿਆਨ ਦੇ ਵਿੱਚ ਹੈਗਾ ਉਹਨਾਂ ਨੇ ਕਿਉਂ ਇਹੋ ਜਿਹਾ ਬਿਆਨ ਦਿੱਤਾ। ਪਰ ਮੈਂ ਕਹੂੰਗਾ ਵੀ ਜਿਹੜੇ 2 ਰਹਿ ਗਏ ਉਹਨਾਂ ਵਿੱਚੋਂ ਗੁਰਦੀਪ ਸਿੰਘ ਦਾ ਉਹਨਾਂ ਦੇ ਵਾਸਤੇ ਆ, ਉਹਨਾਂ ਨੂੰ ਕਰਨਾ ਚਾਹੀਦਾ। ਆਰਟੀਕਲ 72 'ਚ ਕਰਨਾਟਕਾ ਗਵਰਨਮੈਂਟ ਨੇ ਕਿਹਾ, ਤੇ ਭੁੱਲਰ ਸਾਹਿਬ ਦਾ ਵੀ ਉਹ ਸਿੱਧਾ ਆਰਟੀਕਲ 72 ਦੇ ਵਿੱਚ ਕਰ ਸਕਦੇ, ਕਿਉਂਕਿ ਕੇਜਰੀਵਾਲ ਦਾ ਆਪਣਾ ਜਿਹੜਾ ਜੇਲ੍ਹ ਮਿਨਿਸਟਰ ਹੈਗਾ ਸਤਿੰਦਰ ਬੈਨ, ਉਹ ਆਪ ਜੇਲ੍ਹ ਦੇ ਵਿੱਚ ਬੈਠਾ ਹੈਗਾ। ਤੇ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਸ਼ਡਿਊਲ ਮੀਟਿੰਗ 3 ਮਹੀਨੇ ਬਾਅਦ ਹੁੰਦੀ ਆ, 2 ਮਾਰਚ ਤੋਂ ਬਾਅਦ ਜਿਹੜੀ ਹੋਈ ਨਹੀਂ। ਸੋ ਅਲਟੀਮੇਟਲੀ ਆਪਾਂ ਕਹਿ ਸਕਦੇ ਹਾਂ ਵੀ ਸੈਂਟਰ ਗਵਰਨਮੈਂਟ ਆਰਟੀਕਲ 72 ਦੇ ਥੱਲੇ ਇੰਡੀਆ ਦੇ ਕਿਸੇ ਵੀ ਬੰਦੀ ਨੂੰ ਜਿਹੜਾ ਕਿਸੇ ਵੀ ਸਮੇਂ ਫੈਸਲਾ ਲੈ ਕੇ ਰਿਹਾ ਕਰ ਸਕਦੀ ਹੈਗੀ, ਤੇ ਉਹਨੂੰ ਕਰਨਾ ਚਾਹੀਦਾ। ਅੱਛਾ, ਇੱਕ ਜਿਹੜਾ ਸ਼ਿਖਾਵਤ ਜੀ ਨੇ ਇਹ ਵੀ ਬਿਆਨ ਦਿੱਤਾ ਵੀ ਹੱਥ ਜੋੜ ਕੇ ਕਹਿ ਰਹੇ ਸੀਗੇ ਵੀ ਮੈਂ ਮੀਡੀਆ ਨੂੰ ਬੇਨਤੀ ਕਰਦਾ, ਮੇਰੇ ਤੱਕ ਜਿਹੜੀ ਉਹ ਸੂਚੀ ਆ, ਲਿਸਟ ਆ, ਉਹ ਪਹੁੰਚਾ ਦਿਓ ਮੈਨੂੰ, ਅਜੇ ਤੱਕ ਲਿਸਟ ਹੀ ਨਹੀਂ ਮਿਲੀ ਵੀ ਕਿਹੜੇ ਤੁਸੀਂ ਰਿਹਾ ਕਰਨੀ ਚਾਹੁੰਦੇ ਹੋ। ਤੁਸੀਂ ਮੀਟਿੰਗ ਵੀ ਕੀਤੀ ਸੀ ਫਰਵਰੀ ਦੇ ਵਿੱਚ ਫਗਵਾੜੇ, ਤੁਸੀਂ ਜਿਹੜਾ ਜ਼ਿਕਰ ਕੀਤਾ ਉਹਦੇ ਵਿੱਚ ਲਿਸਟ ਤਾਂ ਤੁਸੀਂ ਦਿੱਤੀ ਹੋਣੀ ਹੈ, ਤੇ ਫਿਰ ਉਹ ਇਸ ਤਰ੍ਹਾਂ ਦਾ ਬਿਆਨ ਕਿਉਂ ਦੇ ਰਹੇ? ਦੇਖੋ ਸਿਆਸੀ ਲੋਕ ਆ, ਕੋਈ ਵੀ ਗੱਲ ਕਹਿ ਸਕਦੇ। ਹੁਣ ਉੱਥੇ ਪੱਤਰਕਾਰਾਂ ਕੋਲ ਤਾਂ ਲਿਸਟ ਹੋਣੀ ਨਹੀਂ, ਮੇਰੇ ਕੋਲ ਹੈਗੀ ਆ। ਮੇਰੇ ਕੋਲ ਉਹ ਮੰਗ ਪੱਤਰ ਦੀ ਕਾਪੀ ਵੀ ਹੈਗੀ ਆ, ਕਿਹੜੇ ਬੰਦਿਆਂ ਨੇ ਦਿੱਤਾ ਸੀ। ਤੇ ਦਿੱਤਾ ਅਸੀਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਸੀ, ਥਰੂ ਉਹਦੇ 'ਚ ਲਿਖਿਆ ਹੋਇਆ ਵੀ ਗਜਿੰਦਰ ਸ਼ੇਖਾਵਤ ਦੇ ਰਾਹੀਂ ਦਿੱਤਾ। ਉਹਦੀ ਕਾਪੀ ਮੈਂ ਮੀਡੀਆ ਦੇ ਵਿੱਚ ਜਾਰੀ ਕਰ ਦਿੰਦਾ ਵੀ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੀ। ਨਾਲ ਜਿਹਨੇ ਅਨੈਕਸਚਰ ਲਾਏ ਸੀਗੇ, ਇਹਨਾਂ ਦੀ ਨੋਟੀਫਿਕੇਸ਼ਨ ਦੀ ਕਾਪੀ ਨਾਲ ਲਾਈ ਸੀ, ਪੂਰੀ ਲਿਸਟ ਲਾਈ ਸੀ। ਤੇ 9 ਬੰਦੀ ਸਿੰਘ ਜਿਨ੍ਹਾਂ ਦਾ ਮੇਨ ਸਾਰੇ ਪਾਸੇ SGPC ਵੀ ਕਹਿ ਰਹੀ ਆ ਹੁਣ ਪੱਤਰ ਲਿਖ ਕੇ, ਉਹਨਾਂ ਦਾ ਸਪੈਸੀਫਿਕ ਜ਼ਿਕਰ ਸੀ। ਤੇ ਸਾਰੀ ਡਿਟੇਲ ਦੇ ਵਿੱਚ ਜਿਹੜੀ ਆ ਮੰਗ ਪੱਤਰ ਸੀਗਾ, ਪੂਰੇ ਅਨੈਕਸਚਰ ਲਾ ਕੇ ਫਾਈਲ ਬਣਾ ਕੇ ਜਿਹੜੀ ਦਿੱਤੀ ਗਈ ਸੀ। ਜਿਹੜਾ SGPC ਵੱਲੋਂ ਲਿਖਿਆ ਗਿਆ ਜੀ ਧਾਮੀ ਸਾਹਿਬ ਵੱਲੋਂ, ਉਹ ਲੱਗਦਾ ਵੀ ਉਹਦੇ ਨਾਲ ਜਿਹੜੀ ਤੁਹਾਡੇ ਵਰਗੇ ਜਿੰਨੇ ਵੀ ਲੜਾਈ ਤੁਸੀਂ ਲੜ ਰਹੇ ਹੋ ਫਾਇਦਾ ਹੋਊਗਾ, ਪ੍ਰੈਸ਼ਰਾਈਜ਼ ਕਰਨ ਦੇ ਵਿੱਚ ਮਦਦ ਮਿਲੂਗੀ? ਦੇਖੋ SGPC ਨੇ ਕੀਤਾ ਤਾਂ ਹੈਗਾ ਕਾਫੀ, ਜਿੰਨਾ ਕਰ ਸਕਦੇ ਉਹਨਾਂ ਨਹੀਂ ਕੀਤਾ। ਪਹਿਲਾਂ ਇਹਨਾਂ ਨੇ ਕਮੇਟੀ ਵੀ ਬਣਾਈ ਸੀ, ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਵੱਡੀਆਂ ਬੰਦੇ ਪਾ ਲਏ, ਉਹਦੀ ਇੱਕ ਵਾਰ ਵੀ ਮੀਟਿੰਗ ਨਹੀਂ ਹੋ ਸਕੀ। ਉਹ ਇਹਨਾਂ ਨੇ ਉਦੋਂ ਸੱਦਿਆ ਸੀ, ਅਸੀਂ ਉਦੋਂ ਵੀ ਕਿਹਾ ਸੀਗਾ ਵੀ ਤੁਸੀਂ ਜਿਹੜੀ ਵੋਟ ਪੋਲੀਟਿਕਸ ਵਾਲੀਆਂ ਪਾਰਟੀਆਂ ਹੈਗੀਆਂ ਉਹ ਕਮੇਟੀ 'ਚ ਨਾ ਪਾਓ, ਤੁਸੀਂ ਹਿਊਮਨ ਰਾਈਟਸ ਵਾਲੇ ਤੇ ਸੋਸ਼ਲ ਰਿਲੀਜੀਅਸ ਐਕਟੀਵਿਸਟ ਜਿਹੜੇ ਆ ਉਹ ਪਾਓ। ਸੋ ਇਹਨਾਂ ਨੇ ਹੁਣ ਲਿਖਿਆ ਹੈਗਾ ਪੱਤਰ, ਤਾਂ ਇਸ ਸਾਰੇ ਹੀ ਲਿਖ ਰਹੇ ਹੈਗੇ ਆ। ਮਸਲਾ ਤਾਂ ਇਹ ਹੈਗਾ ਵੀ BJP ਗਵਰਨਮੈਂਟ ਜਿਹੜਾ 9 ਬੰਦਿਆਂ ਦਾ ਜ਼ਿਕਰ ਹੈਗਾ, ਜਿਨ੍ਹਾਂ 'ਚੋਂ ਗੁਰਦੀਪ ਸਿੰਘ ਖੇੜਾ 32 ਸਾਲ ਉਹਨੂੰ ਹੋ ਜਾਣੇ ਦਸੰਬਰ 'ਚ, ਭੁੱਲਰ ਸਾਹਿਬ ਦੇ ਜਿਹੜੇ ਆ ਉਹ 95 ਤੋਂ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਇਹ ਤਾਂ ਬਿਲਕੁਲ ਹੀ ਜਿਹੜੇ ਇਹ 5 ਨਾਂ ਹੈਗੇ, ਇਹ ਤਾਂ ਭਾਵੇਂ ਕੱਲ੍ਹ ਕਰ ਲਿਆ ਜਾਵੇ ਇਹਨਾਂ ਨੂੰ ਰਿਹਾ। ਤੇ ਭਾਈ ਜਗਤਾਰ ਸਿੰਘ ਹਵਾਰਾ ਦਾ, ਉਹਨਾਂ ਦਾ ਵੀ ਜਿਹੜਾ 1995 ਤੋਂ, ਉਹਨਾਂ ਦੇ ਵੀ 26-27 ਸਾਲ ਹੁੰਦੇ ਆ। ਭਾਈ ਪਰਮਜੀਤ ਸਿੰਘ ਭਿਓਦੇ ਦੇ 24 ਸਾਲ 25 ਸਾਲ ਹੁੰਦੇ ਆ, ਕਿਉਂਕਿ ਥੋੜ੍ਹਾ ਚਲੋ ਉਹ ਜੇਲ੍ਹ ਬ੍ਰੇਕ ਤੋਂ ਬਾਅਦ ਰਹੇ ਆ। ਭਾਈ ਜਗਤਾਰ ਸਿੰਘ ਤਾਰੇ ਦੇ 17 ਸਾਲ ਹੁੰਦੇ ਆ, ਕਿਉਂਕਿ ਉਹ ਜੇਲ੍ਹ ਬ੍ਰੇਕ ਤੋਂ ਬਾਅਦ ਲੰਬਾ ਸਮਾਂ ਜਿਹੜਾ ਉਹ ਬਾਹਰ ਆਏ ਆ। ਸੋ ਭਾਈ ਰਾਜੋਆਣੇ ਦੀ ਫਾਂਸੀ ਦੀ ਜੇ ਹੁਣ ਗੱਲ ਕਰੀਏ 550 ਸਾਲਾ 2019 'ਚ ਨੋਟੀਫਿਕੇਸ਼ਨ ਹੋਇਆ ਸੀ। ਜਨਵਰੀ 2020 'ਚ ਭਾਈ ਰਾਜੋਆਣਾ ਸੁਪਰੀਮ ਕੋਰਟ ਗਏ, ਤੇ ਜਨਵਰੀ 2020 ਤੋਂ ਹੁਣ ਤੱਕ ਕਰੀਬ 2.5 ਸਾਲ ਦਾ ਸਮਾਂ ਹੋ ਚੁੱਕਿਆ। ਪਿਛਲੇ ਮਹੀਨੇ ਵੀ ਪਿਛਲੇ ਹਫਤੇ ਵੀ ਤਰੀਕ ਸੀਗੀ ਸੁਪਰੀਮ ਕੋਰਟ ਉੱਤੇ, ਸੈਂਟਰ ਗਵਰਨਮੈਂਟ ਨੇ ਫਿਰ ਟਾਈਮ ਜਿਹੜਾ ਹੋਰ ਮੰਗਿਆ, ਤੇ ਸ਼ਾਇਦ ਦੂਜੇ ਜਾਂ ਤੀਜੇ ਹਫਤੇ ਸਤੰਬਰ 'ਚ ਟੇਕਅਪ ਹੋਊਗਾ ਮੈਟਰ। ਸੋ ਸ਼੍ਰੋਮਣੀ ਕਮੇਟੀ ਨੇ ਲਿਖਿਆ ਹੈਗਾ ਉਹ ਠੀਕ ਆ, ਸਾਰੇ ਪਾਸੇ ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ, ਆਮ ਲੋਕ, ਹਿਊਮਨ ਰਾਈਟਸ ਸਾਰੇ ਕਹਿੰਦੇ ਜਿਨ੍ਹਾਂ ਨੂੰ 25-25 30 ਸਾਲ ਹੋ ਗਏ ਆ, ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। ਸੋ ਮੈਂ ਸਮਝਦਾ ਇਹਦੇ ਵਿੱਚ ਕ੍ਰੈਡਿਟ ਜਿਹੜੀ ਗੇਮ ਆ ਉਹ ਵੀ ਵਿੱਚ ਮੈਨੇ ਰੱਖਦੀ ਆ ਵੀ ਸਾਨੂੰ ਮਿਲੇ ਕ੍ਰੈਡਿਟ, ਅੱਟੀ ਛੱਡਿਆ। ਤੇ ਅਸੀਂ ਤਾਂ ਹਮੇਸ਼ਾ ਕਹਿੰਦੇ ਆ ਵੀ ਬੰਦੇ ਛੱਡਣੇ ਚਾਹੀਦੇ, ਉਹਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ। ਇਸ ਚੱਕਰ 'ਚ ਨਹੀਂ ਪੈਣਾ ਚਾਹੀਦਾ ਵੀ ਕਿਹਦੇ ਰਾਹੀਂ ਛੱਡਿਆ। ਹਾਂ BJP ਕੋਈ ਇਹਦੇ 'ਤੇ ਪੋਲੀਟਿਕਸ, ਉਹਨਾਂ ਨੂੰ ਕੋਈ ਪੰਜਾਬ ਦੀ ਰਾਜਨੀਤੀ ਜਾਂ ਸਿੱਖ ਰਾਜਨੀਤੀ ਵਿੱਚ ਦਖਲ ਉਹਨਾਂ ਨੇ ਦੇ ਕੇ ਇਸ ਮੁੱਦੇ ਦੇ ਰਾਹੀਂ ਦੇਣਾ, ਤੇ ਉਹਨਾਂ ਦੀ ਮਰਜ਼ੀ ਆ, ਕੋਈ ਵੀ ਉਹਦੇ 'ਚ ਆਪਣਾ ਕਹਿ ਸਕਦਾ ਹੈਗਾ। ਪਰ ਬੰਦਿਆਂ ਨੂੰ ਜਿਹੜਾ ਇੰਨਾ ਲੰਮਾ ਸਮਾਂ ਹੋ ਗਿਆ, ਉਹਨਾਂ ਨੂੰ ਜਿਹੜੀ ਰਿਹਾਈ ਜ਼ਰੂਰ ਉਹਨਾਂ ਦੀ ਬਣਦੀ ਆ, ਕਰਨੀ ਚਾਹੀਦੀ। ਮਨਪੁਰ ਜੀ, ਤੁਹਾਨੂੰ ਲੱਗਦਾ ਵੀ ਸੈਂਟਰ ਚਾਹਵੇ ਤਾਂ ਬਿਲਕੁਲ ਪਲਾਂ ਦੇ ਵਿੱਚ ਆਰਡਰ ਜਾਰੀ ਹੋ ਸਕਦੇ ਨੇ, ਸਭ ਹੋ ਸਕਦਾ ਜੋ ਤੁਹਾਡੀ ਡਿਮਾਂਡਸ ਹੈ ਜੀ? ਦੇਖੋ ਇਹ ਤਾਂ
ਇਹ ਤੁਸੀਂ ਸਾਹਮਣੇ ਹੀ ਆ। ਹੁਣ 15 ਅਗਸਤ ਨੂੰ ਉਹ ਬਿਲਕਿਸ ਬਾਨੋ ਵਾਲੇ ਜਿਹੜੇ 11 ਬੰਦੇ ਛੱਡੇ, ਨਾ ਕਿਸੇ ਨੇ ਧਰਨਾ ਲਾਇਆ, ਨਾ ਕਿਸੇ ਨੇ ਮੰਗ ਪੱਤਰ ਦਿੱਤੀ। ਚੁੱਪ ਕਰਕੇ ਜਦੋਂ ਕਰਨਾ ਹੁੰਦਾ ਉਦੋਂ ਸਟੇਟ ਜਿਹੜੀ ਇਸ ਤਰ੍ਹਾਂ ਕੰਮ ਕਰਦੀ ਆ। ਉਹ ਕਿੰਨੇ 11 ਮਰਡਰ ਸੀ, 3 ਗੈਂਗ ਰੇਪ ਸੀ, ਇੱਕ 3 ਸਾਲ ਦੀ ਬੱਚੀ ਨੂੰ ਲੱਤਾਂ ਤੋਂ ਫੜ ਕੇ ਸਿਰ ਪਟਕ ਕੇ ਮਾਰਿਆ ਗਿਆ ਸੀ। ਤੇ ਉਹ ਕਿਸੇ ਨੇ ਧਰਨਾ ਨਹੀਂ ਲਾਇਆ, ਉਹਨਾਂ ਦੀ ਕਮਿਊਨਿਟੀ ਨੇ, ਕਿਉਂਕਿ ਉਹਨਾਂ ਦੇ ਨਾਲ ਸਰਕਾਰ ਆ, ਉਹਨਾਂ ਨੇ ਚੁੱਪ ਕਰਕੇ ਰਿਹਾ ਕਰਤਾ। ਪੰਜਾਬ ਦੇ CBI ਕੇਸ ਵੀ ਹੈਗੇ, ਪੁਲਿਸ ਵਾਲੇ 3 ਯੂਪੀ ਦੇ ਹੀ ਪੰਜਾਬ ਦੇ, ਉਹ 3-3 ਸਾਲ ਬਾਅਦ ਹੀ ਲਾਈਫ ਸੈਂਟੈਂਸ ਵਾਲੇ ਛੱਡ ਦਿੱਤੇ। ਨਾ ਉਹਨਾਂ ਦੇ ਪਰਿਵਾਰਾਂ ਨੇ ਕਦੀ ਪ੍ਰੈਸ ਕਾਨਫਰੰਸ ਕੀਤੀ, ਨਾ ਉਹਨਾਂ ਨੇ ਧਰਨਾ ਲਾਇਆ। ਉਹਨਾਂ ਦੀਆਂ ਅਪੀਲਾਂ ਵੀ ਅਜੇ ਤੱਕ ਹਾਈ ਕੋਰਟ 'ਚ ਪੈਂਡਿੰਗ ਸੀ। SSP ਪ੍ਰਿਤਪਾਲ ਸਿੰਘ ਵਿਰਕ ਨੂੰ ਛੱਡਿਆ, ਜਿਹੜਾ ਇਹਨਾਂ ਨੇ ਪਹਿਲਾਂ ਉਹਨੂੰ ਸਜ਼ਾ ਹੋਈ, ਬਾਅਦ ਦੇ ਵਿੱਚ 10 ਸਾਲ ਸਜ਼ਾ ਹੋਈ। ਸੋ ਉਹਨੂੰ ਜਿਹੜੀ ਉਹ 6 ਸਾਲ ਬਾਅਦ ਜਿਹੜਾ ਇਹਨਾਂ ਨੇ ਪਾਰਡਨ ਕਰਕੇ ਛੱਡਿਆ। ਸੋ ਜਦੋਂ ਸਟੇਟ ਨੇ ਕੰਮ ਕਰਨਾ ਹੁੰਦਾ ਉਦੋਂ ਤਾਂ ਬਿਲਕੁਲ ਹੀ ਚੁੱਪ ਕਰਕੇ ਜਿਹੜੇ ਪੀੜਤ ਪਰਿਵਾਰ ਹੁੰਦੇ ਉਹਨਾਂ ਕੇਸਾਂ ਦੇ ਵਿੱਚ ਉਹ ਹਾਈ ਕੋਰਟ ਦੇ ਵਿੱਚ ਰਿਟਾਂ ਲਾਉਂਦੇ ਆ, ਪਰ ਕੋਈ ਸੁਣਵਾਈ ਨਹੀਂ ਹੁੰਦੀ। ਹਾਈ ਕੋਰਟ ਜਾਂ ਸੁਪਰੀਮ ਕੋਰਟ ਕਹਿੰਦੀ ਵੀ ਇਹ ਐਗਜ਼ੈਕਟਿਵ ਦਾ ਫੈਸਲਾ, ਉਹਨਾਂ ਨੇ ਫੈਸਲਾ ਲਿਆ ਹੈਗਾ। ਸੋ ਇਹਨਾਂ ਕੇਸਾਂ ਨੂੰ ਵੀ ਚੁੱਪ ਕਰਕੇ ਜਿਹੜਾ ਕਰਨਾ ਚਾਹੀਦਾ। ਇੰਨੇ ਧਰਨੇ, ਮੁਜ਼ਾਹਰੇ, ਰੋਸ ਹੁੰਦੇ ਆ, ਉਹਦੇ ਉੱਤੇ ਰਾਜਨੀਤੀ ਖੇਡੀ ਜਾਂਦੀ ਆ। ਤੇ ਸਿਆਸੀ ਪਾਰਟੀਆਂ ਨੂੰ, ਬਾਦਲ ਅਕਾਲੀ ਦਲ 10 ਸਾਲ ਉਹਨਾਂ ਨੇ ਕਿਸੇ ਦੀ ਬਾਂਹ ਨਹੀਂ ਫੜੀ ਇੰਨੀ ਜਿੰਨੀ ਕਰ ਸਕਦੇ ਸੀ ਰਿਹਾਈ। ਮੈਂ ਵੀ ਮਿਲਿਆ ਉਦੋਂ ਸੁਖਬੀਰ ਬਾਦਲ ਨੂੰ, ਪਿਛਲੀ ਕੈਪਟਨ ਸਰਕਾਰ ਦੇ ਟਾਈਮ ਸੁਖਜਿੰਦਰ ਰੰਧਾਵਾ ਤੇ ਰਜਿੰਦਰ ਬਾਜਵਾ, ਸਾਰਿਆਂ ਨੂੰ ਮਿਲੇ ਆ ਵੀ ਤੁਸੀਂ ਪਰਮਾਨੈਂਟ ਪੈਰੋਲ ਦੀ ਪ੍ਰੋਵੀਜ਼ਨ ਕਰੋ, ਜਿਵੇਂ ਰਾਜਸਥਾਨ ਦੇ ਵਿੱਚ ਹੈਗੀ ਆ, ਜਿਨ੍ਹਾਂ ਨੇ ਇੰਨੇ 14 ਸਾਲ ਤੋਂ ਉੱਤੇ ਕੱਟੀ ਹੁੰਦੀ ਆ। ਸਾਰੇ ਮਨਾ ਕਰ ਗਏ ਤੇ ਹੁਣ ਸਾਰੇ ਰਾਜਨੀਤੀ ਜਿਹੜੇ ਕਰ ਰਿਹਾ। ਕਾਂਗਰਸ ਵੀ ਈਵਨ ਖੇਤੀ ਕਾਨੂੰਨਾਂ ਦੇ ਵੇਲੇ ਰਮਨੀਤ ਬਿੱਟੂ ਕਹਿੰਦਾ ਸੀ ਵੀ ਜੇ ਖੇਤੀ ਕਾਨੂੰਨ ਵਾਪਸ ਲੈ ਲਓ, ਭਾਵੇਂ ਹਵਾਰੇ ਹੁਣੀ ਛੱਡ ਦਿਓ। ਅੱਜ ਉਹ ਉਲਟ ਹੋ ਗਿਆ ਵੀ ਨਹੀਂ, ਮੇਰੀ ਜਿਹੜੀ ਰਾਜਨੀਤੀ ਆ ਉਹ ਆਪਣੇ ਉਹਦੇ ਉੱਤੇ ਖੜਦੀ ਹੈਗੀ, ਦਾਦੇ ਦੀ ਰਾਜਨੀਤੀ ਦੇ ਉੱਤੇ। ਤੇ ਦੂਜੇ ਪਾਸੇ ਰਾਜਾ ਵੜਿੰਗ ਕਹਿ ਰਿਹਾ ਵੀ ਜੇ ਕੋਈ ਕਾਨੂੰਨ ਮੁਤਾਬਕ ਛੱਡਦਾ ਤੇ ਛੁੱਟ ਜਾਵੇ। ਸੋ ਇਹ ਜਿਹੜੇ ਦੋਹਰੇ ਮਾਪਦੰਡ ਹੈਗੇ ਜਾਂ ਸਮੇਂ ਮੁਤਾਬਕ ਆਪਣੇ ਸਟੈਂਡ ਬਦਲਣ ਵਾਲੀ ਗੱਲ ਆ। ਅਸੀਂ ਤਾਂ ਸ਼ੁਰੂ ਤੋਂ ਇਹ ਕਹਿੰਦੇ ਵੀ ਇੱਕੋ ਹੀ ਕਾਨੂੰਨ ਹੋਣਾ ਚਾਹੀਦਾ। ਜੇ ਸਾਰੇ ਉਮਰ ਕੈਦੀਆਂ ਲਈ 20 ਸਾਲ ਆ ਤਾਂ ਸਾਰਿਆਂ ਲਈ 20 ਕੈਦੀ ਹੋਵੇ, ਭਾਵੇਂ ਕਿਸੇ ਨੇ ਸਿੱਖ ਨੇ ਕਿਸੇ ਨੂੰ ਮਾਰਿਆ ਜਾਂ ਕਿਸੇ ਨੇ ਸਿੱਖ ਨੂੰ ਮਾਰਿਆ, ਫਿਰ ਸਾਰਿਆਂ ਲਈ ਇੱਕੋ ਜਿਹਾ ਹੋਵੇ। ਇਹ ਨਹੀਂ ਵੀ ਜਿਹਨੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਉਹ 3-4 ਸਾਲ ਬਾਅਦ ਛੁੱਟ ਦੇਣ ਤੇ ਕੋਈ ਸਿੱਖ 30-32 ਸਾਲ ਬਾਅਦ ਵੀ ਨਾ ਛੁੱਟੇ। ਸੋ ਇਕੁਐਲਿਟੀ ਬਿਫੋਰ ਲਾ ਇਸ ਕੌਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੈਗਾ, ਤਾਂ ਉਹਨੂੰ ਇੰਪਲੀਮੈਂਟ ਕਰਨਾ ਚਾਹੀਦਾ। ਜਿਹੜਾ ਉਮਰ ਕੈਦੀ ਆ ਜਾਂ ਤਾਂ ਸਾਰੇ 20 ਸਾਲ ਜਾਂ ਸਾਰੇ 30 ਸਾਲ ਰੱਖੋ। ਇਹ ਨਹੀਂ ਵੀ ਕੋਈ 5 ਸਾਲ ਬਾਅਦ ਛੁੱਟੇ ਤੇ ਕੋਈ 30 ਸਾਲ ਬਾਅਦ ਵੀ ਨਾ ਛੁੱਟੇ। ਅੱਛਾ, ਇੱਕ ਰਵਨੀਤ ਬਿੱਟੂ ਤੇ ਹੋਰ ਕੁਝ ਕੁ ਲੋਕ ਜਿਹੜੇ ਇਹ ਗੱਲ ਕਰਦੇ ਨੇ ਵੀ ਇਹ ਰਿਹਾਈ ਨਹੀਂ ਹੋਣੀ ਚਾਹੀਦੀ, ਜੇਕਰ ਇਹ ਸਾਰੇ ਲੋਕ ਬਾਹਰ ਆ ਗਏ ਤਾਂ ਮਾਹੌਲ ਫੇਰ ਤੋਂ ਸੂਬੇ ਦਾ ਖਰਾਬ ਹੋ ਸਕਦਾ। ਤੁਸੀਂ ਕੀ ਜਵਾਬ ਦੇਣਾ ਚਾਹੋਗੇ? ਮਤਲਬ ਤੁਹਾਨੂੰ ਲੱਗਦਾ ਵੀ ਇਹ ਇਸ ਤਰ੍ਹਾਂ ਹੀ ਹੋਊਗਾ? ਕਿਉਂਕਿ ਤੁਸੀਂ ਲਗਾਤਾਰ ਉਹਨਾਂ ਲਈ ਜਿਹੜੀ ਲੜਾਈ ਲੜ ਰਹੇ ਹੋ, ਤੁਹਾਡੀਆਂ ਮੁਲਾਕਾਤਾਂ ਵੀ ਹੋਈਆਂ ਹੋਣਗੀਆਂ, ਉਹਨਾਂ ਦਾ ਜੋ ਮਾਈਂਡ ਸੈਟ ਹੈ ਉਹਨਾਂ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ? ਸ਼ਾਇਦ ਜਿਹੜੇ ਲੋਕਾਂ ਨੂੰ ਡਾਊਟ ਵੀ ਹੋਊਗਾ ਤੇ ਉਹ ਤੁਸੀਂ ਕਲੀਅਰ ਕਰ ਸਕੋ। ਦੇਖੋ, ਜਿਹੜਾ ਕਾਨੂੰਨ ਦੇ ਮੁਤਾਬਕ ਜਦੋਂ ਕਿਸੇ ਉਮਰ ਕੈਦੀ ਦੀ ਰਿਹਾਈ ਹੋਣੀ ਆ, ਉਹਦੀਆਂ 3 ਰਿਪੋਰਟਾਂ ਬਣਦੀਆਂ। ਇੱਕ ਉਹਦੀ ਪਿੰਡ ਦੀ, ਜਾਂ ਜੇ ਸ਼ਹਿਰ 'ਚ ਰਹਿੰਦਾ ਤੇ ਨਗਰ ਪਾਲਿਕਾ ਦੀ ਜਾਂ ਕੌਂਸਲਰ ਦੀ ਉਹਦੀ ਰਿਪੋਰਟ ਜਾਣੀ ਹੁੰਦੀ ਹੈ। ਇੱਕ ਸੰਬੰਧਿਤ ਥਾਣੇ ਦੀ, ਇੱਕ ਜਿਹੜੀ ਸੁਪਰਡੈਂਟ ਜੇਲ੍ਹ ਜਿੱਥੇ ਉਹ ਜੇਲ੍ਹ ਕੱਟ ਰਿਹਾ ਹੈਗਾ। ਜਿਹੜੇ ਬੰਦੇ ਹੁਣ ਇਹ ਸਾਰੇ ਹੈਗੇ ਆ, ਜਿਵੇਂ ਲਖਵਿੰਦਰ ਸਿੰਘ ਹੁਣੀ, ਇਹ ਪਿਛਲੇ 2013 ਤੋਂ, ਭੁੱਲਰ ਸਾਹਿਬ ਹੁਣੀ 15 ਤੋਂ, ਖੇੜੇ ਹੁਣੀ 15-16 ਤੋਂ ਪਰੋਲ ਆ ਰਹੇ ਆ। ਸਪੈਸ਼ਲ ਪਰੋਲ ਵੀ ਕੱਟ ਕੇ ਗਏ ਇਹ 1.5 2-2 ਸਾਲ ਜਿਹੜੀ ਕਰੋਨਾ ਦੀ ਮਿਲੀ ਸੀ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਮੁਤਾਬਕ। ਉੱਥੇ ਉਹਨਾਂ ਦੀ ਰਿਪੋਰਟ ਕਿਹੋ ਜਿਹੀ ਆ, ਉਹਨਾਂ ਦੀ ਰਿਹਾਈ ਉਹਨਾਂ ਰਿਪੋਰਟਾਂ 'ਤੇ ਡਿਪੈਂਡ ਕਰਦੀ ਆ ਵੀ ਕੀ ਉਹਨਾਂ ਦਾ ਸੰਬੰਧਿਤ ਥਾਣਾ ਜਾਂ ਪੰਚਾਇਤ ਇਹ ਕਹਿੰਦੀ ਆ ਵੀ ਹਾਂ ਇਹਦੇ ਆਉਣ ਨਾਲ ਕੋਈ ਫਰਕ ਪਊਗਾ, ਜਾਂ ਉਹਨਾਂ ਦਾ SSP ਜਾਂ ਮੇਨ ਜਿੱਥੇ ਬੰਦਾ ਜੇਲ੍ਹ ਕੱਟ ਰਿਹਾ ਵੀ ਸੁਪਰਡੈਂਟ ਕੀ ਕਹਿੰਦਾ ਉਹਨਾਂ ਦੇ ਕਿਰਦਾਰ ਬਾਰੇ। ਸੋ ਇਹ ਗੱਲਾਂ ਬੇਸ ਬਣਦੀਆਂ। ਕੋਈ ਪੋਲੀਟੀਕਲ ਬੰਦਾ ਉੱਠ ਕੇ ਕਹੇ ਛੱਡਣਾ ਚਾਹੀਦਾ, ਨਹੀਂ ਛੱਡਣਾ ਚਾਹੀਦਾ, ਉਹਨਾਂ ਗੱਲਾਂ ਦਾ ਨਹੀਂ ਹੁੰਦਾ। ਜੋ ਕਾਨੂੰਨ ਮੁਤਾਬਕ ਕੋਈ ਵੀ ਉਮਰ ਕੈਦੀ ਹੈਗਾ ਉਹ ਪਰੋਲ ਕੱਟ ਰਿਹਾ ਹੈਗਾ, ਉਹਦਾ ਗੁੱਡ ਕੰਡਕਟ ਆ, ਸੁਪਰਡੈਂਟ ਉਹਦੀ ਰਿਪੋਰਟ ਕਰਦਾ ਵੀ ਹਾਂ ਵਧੀਆ ਇਹਦਾ ਵਿਹਾਰ ਹੈਗਾ। ਜਿਹੜਾ ਤੁਸੀਂ ਬੰਦਾ ਦੱਸੋ, ਜੇ ਬੰਦੇ ਨੇ ਕਿਸੇ ਨੇ ਇਲੀਗਲ ਕਾਰਵਾਈ ਕਰਨੀ ਆ, ਪਰੋਲ ਆਇਆ, ਉਹਨੂੰ ਕੋਈ ਫੜ ਕੇ ਤਾਂ ਲੈ ਕੇ ਨਹੀਂ ਜਾਂਦਾ, ਉਹ ਆਪ ਚਲਿਆ ਜਾਂਦਾ। ਪਰੋਲ ਜਿੱਦਣ ਖਤਮ ਹੋਈ ਅੱਜ ਵੀ ਅੱਜ ਸ਼ਾਮ 5 ਵਜੇ ਤੱਕ ਤੂੰ ਸਰੈਂਡਰ ਕਰਨਾ, ਉਹ ਆਪ ਆਪਣਾ ਝੋਲਾ ਚੱਕ ਕੇ ਜਿਵੇਂ ਕਿਸੇ ਰਿਸ਼ਤੇਦਾਰ ਦੇ ਜਾਣਾ ਹੁੰਦਾ ਉਵੇਂ ਚੁੱਕ ਕੇ ਵਾਪਸ ਚਲਿਆ ਜਾਂਦਾ ਵੀ ਦੇਖੋ ਜੀ ਮੈਂ ਆ ਗਿਆ ਬਾਕੀ ਕੈਦ ਕੱਟਣ ਵਾਸਤੇ। ਸੋ ਉਸ ਤੋਂ ਵਧੀਆ ਹੋਰ ਕੀ ਕਿਸੇ ਦਾ ਕੰਡਕਟ ਹੋ ਸਕਦਾ ਵੀ ਬੰਦਾ ਕੈਦੀ ਉਹਨਾਂ ਨੇ ਛੱਡਿਆ ਸੀ ਵੀ ਜਾ ਬਈ ਤੂੰ 40 ਦਿਨ 42 ਦਿਨ 56 ਦਿਨ ਘਰੇ ਲਾਇਆ ਤੇ ਇੰਨੀ ਤਰੀਕ ਨੂੰ ਇੰਨੇ ਵਜੇ ਤੱਕ ਆ ਜੀ, ਤੇ ਉਹ ਵਾਪਸ ਚਲਿਆ ਜਾਂਦਾ। ਤੇ ਉਹਦਾ ਮਤਲਬ ਹੀ ਆ ਵੀ ਉਹਦਾ ਗੁੱਡ ਕੰਡਕਟ ਹੈਗਾ। ਜੇਲ੍ਹ ਦੇ ਵਿੱਚ ਉਹਦਾ ਕੋਈ ਆਫੈਂਸ ਨਹੀਂ ਹੈਗਾ। ਉਹਨੂੰ ਪਿੰਡ ਦੀ ਪੰਚਾਇਤ ਉਹਨੂੰ ਰਿਕਮੈਂਡ ਕਰਦੀ ਆ, ਪੰਚਾਇਤਨਾਮਾ ਲੱਗਦਾ। ਕਈ ਕੇਸਾਂ ਦੇ ਵਿੱਚ ਸੋਸ਼ਲ ਵੈਲਫੇਅਰ ਅਫਸਰ ਦੀ ਰਿਪੋਰਟ ਵੀ ਲੱਗਦੀ ਆ, ਉਹਦੇ ਆਂਢ ਗੁਆਂਢ 'ਚ ਪੁੱਛਿਆ ਜਾਂਦਾ, ਉਹਦੇ ਪਿੰਡ ਨੂੰ ਪੁੱਛਿਆ ਜਾਂਦਾ, ਕੌਂਸਲਰ ਦੀ ਜਿਹੜੀ ਆ ਰਿਪੋਰਟ ਲੱਗਦੀ ਆ। ਸੋ ਉਹ ਸਾਰੀਆਂ ਰਿਪੋਰਟਾਂ ਅਸਲ 'ਚ ਬੇਸ ਬਣਦੀਆਂ ਉਹਦੀ ਰਿਹਾਈ ਦੀਆਂ।
ਤੇ ਪੋਲੀਟੀਕਲ ਲੋਕਾਂ ਦੇ ਅੱਜ ਕਹਿਣਾ ਵੀ ਕਰ ਦਿਓ, ਕੱਲ ਕਹਿਣਾ ਨਹੀਂ, ਉਹਦਾ ਕੋਈ ਇਫੈਕਟ ਜਿਹੜਾ ਪੈਂਦਾ ਨਹੀਂ। ਹਾਂ, ਮੀਡੀਆ ਦੇ ਵਿੱਚ ਜ਼ਰੂਰ ਇਹਦਾ ਲੋਕਾਂ ਦੇ ਅਸਰ ਪੈਂਦਾ ਵੀ ਫਲਾਣੇ ਨੇ ਹਾਂ ਕਹਿ ਦਿੱਤਾ, ਫਲਾਣੇ ਨੇ ਨਾ ਕਹਿ ਦਿੱਤਾ, ਪਰ ਕਾਨੂੰਨ ਨੇ ਜਿਹੜੀ ਰਿਹਾਈ ਕਰਨੀ ਆ ਉਹ ਥਾਣੇ ਦੀ, ਪੰਚਾਇਤ ਦੀ ਤੇ ਉਹਦੀ ਸੰਬੰਧਿਤ ਜੇਲ੍ਹ ਦੀ ਰਿਪੋਰਟ ਦਾ ਗੁੱਡ ਕੰਡਕਟ ਪੈਰੋਲ ਦੇ ਦੌਰਾਨ ਉਹ ਦੇਖਿਆ ਜਾਣਾ। ਅੱਛਾ, ਲਗਭਗ 6 ਮਹੀਨੇ ਹੋ ਚੁੱਕੇ ਨੇ ਤੁਸੀਂ ਸ਼ੇਖਾਵਤ ਜੀ ਨੂੰ ਮਿਲੇ ਸੀ, ਕੋਆਰਡੀਨੇਸ਼ਨ ਕਮੇਟੀ ਮਿਲੀ, ਤੁਸੀਂ ਵੀ ਗਏ ਸੀ, ਤਾਂ ਉਦੋਂ ਇਹ ਵੀ ਕਿਹਾ ਜਾਂਦਾ ਵੀ ਯੂਨੀਅਨ ਹੋਮ ਮਿਨਿਸਟਰ ਅਮਿਤ ਸ਼ਾਹ ਦੇ ਨਾਲ ਵੀ ਉਹਨਾਂ ਨੇ ਗੱਲ ਕੀਤੀ ਸੀਗੀ ਤਾਂ ਜੋ ਤੁਹਾਨੂੰ ਪੂਰਾ ਅਸ਼ੋਰੈਂਸ ਦਿੱਤੀ ਜਾਵੇ ਵੀ ਦੇਖੋ ਅਸੀਂ ਹੋਮ ਮਿਨਿਸਟਰ ਨਾਲ ਵੀ ਗੱਲ ਕਰ ਲਈ ਤੇ ਹੁਣ ਕੰਮ ਇਹ ਛੇਤੀ ਹੋ ਜਾਊਗਾ ਜੋ ਤੁਹਾਡੀ ਡਿਮਾਂਡ ਹੈ। ਪਰ ਇੰਨਾ ਸਮਾਂ ਬੀਤ ਗਿਆ ਕਿ ਸਮਝੇ ਹੁਣ ਤਾਂ ਤੁਸੀਂ ਬਹੁਤ ਪੰਜਾਬ ਦੇ ਵੀ ਗਵਰਨਰ ਦੇ ਨਾਲ ਬਹੁਤ ਵਾਰ ਮੁਲਾਕਾਤਾਂ ਹੋਈਆਂ ਤੇ ਅੜਚਨ ਕਿੱਥੇ ਆ ਰਹੀ ਹੈਗੀ ਹੈ? ਮਨਸ਼ਾ ਤੁਸੀਂ ਕਿਵੇਂ ਦੀ ਦੇਖਦੇ ਹੋ ਕੇਂਦਰ ਦੀ? ਦੇਖੋ, ਇਹ ਜਿਹੜਾ ਇਹ ਪੋਲੀਟੀਕਲ ਵਿਲ ਦੇ ਉੱਤੇ ਡਿਪੈਂਡ ਕਰਦਾ, ਇੱਛਾ ਸ਼ਕਤੀ ਦੇ ਉੱਤੇ। ਉਹਦੇ 'ਚ ਫਿਰ ਸਾਰੇ ਮੈਂ ਸਮਝਦਾ ਵੀ ਕੇਜਰੀਵਾਲ ਕੋ ਸਭ ਤੋਂ ਸੌਖਾ ਸੀ, ਜਿਵੇਂ ਹੁਣ ਅਸੀਂ ਪ੍ਰੋਫੈਸਰ ਭੁੱਲਰ ਸਾਹਿਬ ਦੇ ਸੰਬੰਧ 'ਚ ਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਹਾਈ ਕੋਰਟ ਦੇ ਲਾਤੀ ਆ। ਉਹ ਪਿਛਲੇ ਅਕਤੂਬਰ 2021 'ਚ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਸੀ ਯੂਟੀ ਨੂੰ ਵੀ ਗੁਰਮੀਤ ਸਿੰਘ ਦੀ ਰਿਹਾਈ ਦਾ ਤੁਸੀਂ ਫੈਸਲਾ ਲਓ। ਉਦੋਂ ਤੱਕ ਫੈਸਲਾ ਨਹੀਂ ਲੈ ਸਕੇ। ਅਸੀਂ ਦੁਬਾਰੇ CRM ਜਿਹੜੀ ਲਾਤੀ ਆ ਉਹਦੀ ਤਰੀਕ ਜਿਹੜੀ ਆ ਅਗਲੇ ਮਹੀਨੇ ਦੀ ਹੈਗੀ ਆ। ਭੁੱਲਰ ਸਾਹਿਬ ਦੀ ਇਸੇ ਤਰ੍ਹਾਂ ਲਾਈ ਆ, ਉਹਦੇ 'ਚ ਕਿਹਾ ਵੀ ਦੇਖੋ ਇਹਨਾਂ ਨੇ ਡੈਫਰ ਕੀਤਾ ਨਹੀਂ। ਉੱਥੇ ਭੁੱਲਰ ਸਾਹਿਬ ਵਾਲੀ 'ਚ ਪੰਜਾਬ ਸਰਕਾਰ ਨੇ ਕਹਿਤਾ ਵੀ ਅਸੀਂ ਰਿਕਮੈਂਡ ਕਰਕੇ ਮਈ 2022 ਨੂੰ ਭੇਜ ਦਿੱਤਾ ਹੈਗਾ, ਦਿੱਲੀ ਸਰਕਾਰ ਨੇ ਕਰਨਾ ਹੈਗਾ। ਸੋ ਇਹ ਆ ਵੀ ਇਹ ਮਸਲਾ ਤਾਂ ਹੈਗਾ ਪੋਲੀਟੀਕਲ ਵਿਲ 'ਤੇ ਆ। ਜਿਵੇਂ ਹੁਣ ਇਹ ਨਹੀਂ ਲੈਂਦੇ ਹੈਗੇ ਤੇ ਫਿਰ ਕੋਰਟਾਂ ਲੈਣਗੀਆਂ ਇਹਦਾ। ਜਿਵੇਂ ਰਾਜੀਵ ਗਾਂਧੀ ਅਸੈਸੀਨੇਸ਼ਨ ਕੇਸ 'ਚ ਪੈਰਾਰੀ ਵਿਲਨ ਦੀ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਕੀ ਡਰਾਮਾ ਖੇਡਿਆ, ਕਦੀ ਕਿਸੇ ਕੋ ਫਾਈਲ ਭੇਜ ਦਿੰਦੇ, ਕਦੀ ਕਿਸੇ ਕੋ ਭੇਜਦੇ ਹੋ, ਤੇ ਉਹਨੇ ਸਿੱਧਾ ਡਾਇਰੈਕਟ ਪਹਿਲਾਂ ਉਹਨੂੰ ਬੇਲ ਦਿੱਤੀ, ਫਿਰ ਉਹਨੂੰ ਰਿਹਾਈ ਦਾ ਆਰਡਰ ਕਰਤਾ। ਸੋ ਅਸੀਂ ਤਾਂ ਫਿਰ ਇਹੀ ਆ ਵੀ ਪੋਲੀਟੀਕਲ ਲੋਕ ਜੇ ਕੋਈ ਲਾਹਾ ਲੈਣਾ ਚਾਹੁੰਦੇ ਆ ਤਾਂ ਉਹ ਰਿਹਾ ਕਰਨ, ਜਿਹੜਾ ਵੀ ਕਰੂਗਾ ਉਹਦਾ ਕ੍ਰੈਡਿਟ ਲਵੇ। ਲੋਕਾਂ ਦੀ ਅੱਗੇ ਮਰਜ਼ੀ ਆ ਵੀ ਉਸ ਹਿਸਾਬ ਨਾਲ ਕੋਈ ਵੋਟ ਕਿਸੇ ਦੀ ਘਟਾਉਂਦੇ ਵਧਾਉਂਦੇ ਆ ਨਹੀਂ ਵਧਾਉਂਦੇ, ਉਹ ਲੋਕਾਂ ਦੀ ਮਰਜ਼ੀ ਆ। ਪਰ ਕੋਰਟਾਂ ਦੇ ਵਿੱਚ ਵੀ ਫਿਰ ਅਸੀਂ ਗਏ ਹੋਏ ਆਲਰੇਡੀ 1-2 ਬੰਦਿਆਂ ਦਾ, ਤਿੰਨਾਂ ਦਾ ਤਾਂ ਹੁਣ ਭੁੱਲਰ ਸਾਹਿਬ ਦਾ ਤੇ ਗੁਰਮੀਤ ਸਿੰਘ ਦਾ ਹਾਈ ਕੋਰਟ ਤੇ ਬਲਵੰਤ ਸਿੰਘ ਰਾਜੋਆਣੇ ਦਾ ਸੁਪਰੀਮ ਕੋਰਟ ਪੈਂਡਿੰਗ ਹੈਗਾ ਹੀ ਆ। ਪਰ ਕੋਰਟਾਂ ਜ਼ਿਆਦਾ ਕਰਕੇ ਇਹੀ ਕਹਿੰਦੀਆਂ ਵੀ ਜਿਹੜੇ ਪੋਲੀਟੀਕਲ ਡਿਸੀਜਨ ਹੈਗੇ ਆ ਉਹ ਆਪ ਲੈਣ। ਜੇ ਉਹ ਲੈ ਲੈਂਦੇ ਆ ਤਾਂ ਸਾਡੀਆਂ ਜਿਹੜੀਆਂ ਰਿਟ ਪਟੀਸ਼ਨਾਂ ਫਕਚਸ ਹੋ ਜੂਗੀਆਂ, ਪਰ ਇਹ ਲੈ ਨਹੀਂ ਰਹੇ। ਇਹਦੇ ਪਿੱਛੇ ਹੋ ਸਕਦਾ ਵੀ ਕੇਜਰੀਵਾਲ ਇਹ ਕਰ ਰਿਹਾ ਵੀ ਗੁਜਰਾਤ ਦੀ ਤੇ ਹਿਮਾਚਲ ਦੀ ਚੋਣ ਹੈਗੀ ਆ, ਮੈਂ ਜੇ ਛੱਡੂੰਗਾ ਤੇ ਕੋਈ ਕਹਿ ਸਕਦਾ ਵੀ ਦੇਖੋ ਜੀ ਇਹਨਾਂ ਨੇ ਟੈਰਰ ਕੇਸਾਂ ਵਾਲਾ ਭੁੱਲਰ ਸਾਹਿਬ ਨੂੰ ਛੱਡਤਾ ਤੇ ਸਾਡੀ ਵੋਟ ਨਾ ਘਟ ਜੇ ਜਿਹੜੀ ਕੋਈ ਇਹ ਹੈਗੀ ਆ। ਸੋ BJP ਚਾਹੁੰਦੀ ਆ ਵੀ ਪੰਜਾਬ 'ਚ ਕੋਈ ਸਿੱਖਾਂ ਨੂੰ ਲਾਗੇ ਲਈ ਹੋ ਸਕਦਾ ਉਹ ਸਾਰਿਆਂ ਨੂੰ ਛੱਡੇ। ਸੋ ਕਈ ਤਰ੍ਹਾਂ ਦੇ ਜਿਹੜੇ ਆ ਉਹ ਦਿਸਦੇ ਹੈਗੇ ਵੀ ਆਹ ਹੋ ਸਕਦਾ। ਪਰ ਜਿਵੇਂ ਹੁਣ ਸ਼ੇਖਾਵਤ ਸਾਹਿਬ ਨੇ ਕੱਲ ਕਹਿ ਦਿੱਤਾ, ਤੁਹਾਡੇ ਮੀਡੀਆ 'ਚ ਆ ਗਿਆ ਵੀ ਡੈਥ ਸੈਂਟੈਂਸ ਵਾਲਾ ਕਰਤਾ ਆ। ਪਰ ਹੁਣ ਉਹ ਬੜੀ ਵੱਡੀ ਗੱਲ ਆ। ਜੇ ਉਹਨੂੰ ਪੁੱਛਿਆ ਜਾਵੇ ਵੀ ਦੱਸੋ ਜੀ, ਉਹਦੀ ਤਾਂ ਸੁਪਰਡੈਂਟ ਜੇਲ੍ਹ ਨੂੰ ਪੁੱਛੋ ਵੀ ਤੁਹਾਡੇ ਕੋਲ ਆਇਆ ਕੋਈ ਇਹੋ ਜਿਹਾ, ਤੇ ਫਿਰ ਉਹ ਆਪੇ ਹੀ ਨਿਰੁੱਤਰ ਹੋਣ, ਉਹਦੇ 'ਚ ਜਵਾਬ ਦੇਣ ਵੀ ਕਿਉਂ ਇਹੋ ਜਿਹੀ ਸਿਆਸੀ ਬਿਆਨਬਾਜ਼ੀ ਕੀਤੀ ਜਾਂਦੀ ਹੈ। ਲੱਗਦਾ ਵੀ ਦੁਬਾਰੇ ਮਿਲਣ ਦੀ ਲੋੜ ਪਊਗੀ, ਜੇ ਹੁਣ ਦੁਬਾਰਾ ਮਿਲਣਾ ਪੈਣਾ ਫਿਰ ਇਹ ਮੁੱਦੇ ਚੱਕਣੇ ਪੈਣਗੇ ਜੀ? ਨਹੀਂ, ਦੇਖੋ ਮੈਂ ਤਾਂ ਐਜ਼ ਏ ਲੀਗਲ ਉਹਨਾਂ ਦੇ ਨਾਲ ਕਮੇਟੀ ਨਾਲ ਗਿਆ ਸੀਗਾ। ਹੁਣ ਜੋ ਕੋਈ ਕਹੂਗਾ ਵੀ ਹਾਂ ਕਿਤੇ ਲੋੜ ਹੈਗੀ, ਕਿਤੇ ਸਾਰੇ ਡਾਕੂਮੈਂਟ, ਕਿਉਂਕਿ ਬੰਦਿਆਂ ਦਾ ਪਰਸਨਲ ਵੀ ਮੁਲਾਕਾਤ ਵੀ ਕਰ ਲਈਦੀ ਆ ਉਹਨਾਂ ਦਾ, ਹੈ ਨਾ, ਵੀ ਕੀ ਹੈਗਾ ਅੱਗੇ ਉਹਨਾਂ ਨੂੰ ਦੱਸ ਦਈਦਾ ਵੀ ਆਹ ਕਰ ਰਹੇ ਆ। ਸੋ ਲੀਗਲੀ ਤਾਂ ਜਿਹੜਾ ਕੋਈ ਬੰਦਾ ਵਕਾਲਤਨਾਮਾ ਦਿੰਦਾ ਜਾਂ ਇੱਛਾ ਉਹਦਾ ਹੀ ਕਰ ਸਕਦੇ ਆ। ਪੋਲੀਟੀਕਲੀ ਜੇ ਕਿਸੇ ਨੂੰ ਮਿਲ ਕੇ ਕਿਸੇ ਨੂੰ ਦੱਸਣਾ ਹੋਵੇ ਵੀ ਆਹ ਕੀਤਾ ਤੁਸੀਂ, ਆਹ ਨਹੀਂ ਕੀਤਾ, ਇੱਦਾਂ ਕਰ ਸਕਦੇ ਆ, ਤਾਂ ਸੋ ਦੱਸਦੇ ਰਹੀਦਾ। ਇੱਥੇ ਕਈ ਬੰਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਸੀ, ਮੈਂ ਤਾਂ ਨਹੀਂ ਮਿਲਿਆ, ਉਹਨਾਂ ਨੇ ਮੇਰੇ ਕੋਲ ਲੈ ਕੇ ਗਏ, ਮੈਂ ਉਹਨਾਂ ਨੂੰ ਡਰਾਫਟ ਕਰਕੇ ਦਿੱਤਾ ਵੀ ਤੁਸੀਂ ਆਹ ਗੱਲਾਂ ਕਰ ਸਕਦੇ ਹੈਗੇ ਆ। ਸੋ ਇਹਨਾਂ ਵਾਸਤੇ ਕਿਸੇ ਨੂੰ ਵੀ ਮਿਲਣਾ ਪਏ, ਕੋਈ ਕਹੂਗਾ ਤਾਂ ਮੈਂ ਜ਼ਰੂਰ ਹਮੇਸ਼ਾ ਹਾਜ਼ਰ ਹਾਂ। ਅੱਛਾ, ਪੰਜਾਬ ਸਰਕਾਰ ਦਾ ਤੁਸੀਂ ਸਟੈਂਡ ਕਿਵੇਂ ਦੇਖਦੇ ਹੋ? ਜਿੰਨੀ ਕੁ ਵਾਰ ਤੁਸੀਂ ਮਿਲੇ ਹੋ, ਕਿਉਂਕਿ ਪੰਜਾਬ 'ਚ ਚੋਣਾਂ ਹੋਈਆਂ, ਚੋਣਾਂ ਤੋਂ ਪਹਿਲਾਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਕਿਹਾ ਜਾਂਦਾ ਸੀਗਾ ਵੀ ਜੇ ਤੁਹਾਨੂੰ ਲੋਕਾਂ ਨੇ ਮੌਕਾ ਦਿੱਤਾ ਤਾਂ ਦਿੱਲੀ ਤੁਹਾਡੀ ਸਰਕਾਰ ਹੈ, ਤੁਸੀਂ ਇਹ ਸਾਡਾ ਕੰਮ ਕਰਵਾਇਓ, ਇਹ ਮੁੱਦਾ ਅੱਜ ਬੜਾ ਇੰਪੋਰਟੈਂਟ ਹੈ। ਤਾਂ ਉਦੋਂ ਸ਼ਾਇਦ ਉਹ ਕਹਿੰਦੇ ਸੀਗੇ ਵੀ ਬਿਲਕੁਲ ਇਸ 'ਤੇ ਅਮਲ ਕੀਤਾ ਜਾਊਗਾ। ਹੁਣ ਸਰਕਾਰ ਬਣੀ ਨੂੰ ਵੀ ਕਈ ਮਹੀਨੇ ਹੋ ਚੁੱਕੇ ਨੇ, ਭਗਵੰਤ ਮਾਨ ਦਾ ਬਤੌਰ ਮੁੱਖ ਮੰਤਰੀ ਕਿਵੇਂ ਦਾ ਤੁਸੀਂ ਇਸ 'ਤੇ ਸਟੈਂਡ ਦੇਖਦੇ ਹੋ? ਕਿਉਂਕਿ ਭਗਵੰਤ ਮਾਨ ਅਕਸਰ ਇਹ ਗੱਲ ਕਰਦੇ ਨੇ ਕਿ ਅਰਵਿੰਦ ਕੇਜਰੀਵਾਲ ਮੇਰੇ ਭਰਾ ਵਰਗੇ ਨੇ, ਮੇਰੇ ਵੱਡੇ ਭਰਾ ਨੇ, ਪਰ ਲੱਗਦਾ ਵੀ ਉਹ ਸੀਰੀਅਸ ਨੇ ਇਸ ਇਸ਼ੂ ਨੂੰ ਲੈ ਕੇ? ਨਹੀਂ, ਸੀਰੀਅਸ ਨਹੀਂ, ਕਿਉਂਕਿ ਪਹਿਲਾਂ ਤਾਂ ਉਹਨਾਂ ਨੇ ਆਪ ਹੀ ਉਹਨਾਂ ਦੀ ਪਿਛਲੀਆਂ ਸਟੇਟਮੈਂਟ ਕਿਉਂ ਸੋਸ਼ਲ ਮੀਡੀਆ 'ਤੇ ਪਈਆਂ, ਉਹ ਕਹਿੰਦੇ ਸੀ ਵੀ ਸਾਡਾ ਲੈਣਾ ਦੇਣਾ ਨਹੀਂ ਕੁਝ ਵੀ, ਅਸੀਂ ਕਰ ਹੀ ਨਹੀਂ ਸਕਦੇ, ਇਹ ਕੇਜਰੀਵਾਲ ਦੇ ਹੱਥ ਹੀ ਹੈ ਨਹੀਂ, ਇਹ ਝੂਠ ਬੋਲ ਰਹੇ ਆ। ਤੇ ਹੁਣ ਪੰਜਾਬ ਸਰਕਾਰ 'ਚ ਬਤੌਰ ਮੁੱਖ ਮੰਤਰੀ ਹੁਣ ਉਹਨਾਂ ਦੀ ਸਰਕਾਰ ਨੇ ਹਾਈ ਕੋਰਟ 'ਚ ਭੁੱਲਰ ਸਾਹਿਬ ਦਾ ਦੇਤਾ ਵੀ ਅਸੀਂ ਕਰਤਾ, ਦਿੱਲੀ ਸਰਕਾਰ ਨਹੀਂ ਕਰ ਰਹੀ, ਉਹ ਕਰੇ। ਸੋ
ਸਿਆਸੀ ਲੋਕ ਇਹੀ ਆ ਵੀ ਸਮਾਂ ਬਦਲਣ ਦੇ ਨਾਲ ਆਪਣੀ ਜ਼ੁਬਾਨ ਬਦਲ ਲੈਂਦੇ ਆ। ਪਹਿਲਾਂ ਵੋਟਾਂ ਤੋਂ ਪਹਿਲਾਂ ਕਹਿੰਦੇ ਅਸੀਂ ਕਰ ਹੀ ਨਹੀਂ ਸਕਦੇ, ਸਾਡੇ ਵਾਸੀ ਹੈ ਨਹੀਂ, ਝੂਠ ਸਾਡੇ ਖਿਲਾਫ ਫੈਲਾਇਆ ਜਾ ਰਿਹਾ। ਤੇ ਹੁਣ ਹਾਈ ਕੋਰਟ 'ਚ ਐਫੀਡੈਵਿਟ ਦੇ ਦਿੱਤਾ ਵੀ ਉਹਨਾਂ ਨੇ ਹੀ ਕਰਨਾ ਆ। ਸੋ ਜੇ ਕਰਨਾ ਤੇ ਤੁਸੀਂ ਕਰਾਓ, ਫਿਰ ਉਹ ਕਰਾਉਂਦੇ ਕਿਉਂ ਨਹੀਂ? ਤੇ ਜਿਹੜੀਆਂ ਗੱਲਾਂ ਕਰਦੇ ਹੋ ਵਾਅਦੇ ਵਫਾ ਹੋਣ, ਪਰ ਉਹਨਾਂ ਦੀ ਸਾਰੀ ਫਿਰ ਪਤਾ ਹੀ ਹੈ ਲੋਕਾਂ ਨੂੰ ਵੀ ਇੱਕ ਪੱਪਟ CM ਆ ਭਗਵੰਤ ਮਾਨ, ਚਲਾ ਤਾਂ ਸਾਰੀ ਦਿੱਲੀ ਰਾਘਵ ਚੱਡਾ ਤੇ ਕੇਜਰੀਵਾਲ ਆਪ ਹੀ ਰਹੇ ਆ। ਸੋ ਜੇ ਇਹਦੇ 'ਚ ਹੋਵੇ ਤੇ ਇਹ ਕਹੇ ਵੀ ਹਾਂ ਵੀ ਨਹੀਂ ਤੁਸੀਂ ਜੇ ਤੁਸੀਂ ਲੱਗਦਾ ਵੀ ਦਿੱਲੀ ਨਹੀਂ ਕਰ ਸਕਦੇ, ਤੁਸੀਂ ਜਿਹੜਾ ਬੰਦਾ ਹਸਪਤਾਲ ਤੋਂ ਪਿਛਲੇ 12 ਸਾਲ ਤੋਂ 2010 ਤੋਂ ਭੁੱਲਰ ਸਾਹਿਬ ਪਹਿਲਾਂ ਦਿੱਲੀ ਹਸਪਤਾਲ ਸੀ, 15 'ਚ ਇੱਥੇ ਆ, ਤੇ ਉਹਨੂੰ ਤੁਸੀਂ ਮੈਡੀਕਲ ਗਰਾਊਂਡ ਦੇ ਉੱਤੇ ਤੁਸੀਂ ਪਰੋਲ ਦੇ ਦਿਓ, ਉਹਦੀ ਐਕਸਟੈਂਡ ਕਰ ਦਿਓ ਵੀ ਠੀਕ ਆ ਜਿਹੜਾ ਬੰਦਾ ਬਿਮਾਰ ਹਸਪਤਾਲ 'ਚ ਦਾਖਲ ਆ ਉਹਨੂੰ ਅਸੀਂ ਪਰੋਲ ਦਿੰਦੇ। ਹੁਣ ਕਰੋਨਾ ਵਾਲੀ ਵੀ ਤਾਂ ਮਿਲੀ ਸੀ 1.5 ਸਾਲ, ਤਾਂ ਉੱਥੇ ਕੀ ਕੋਈ ਅਣਸੁਖਾਵੀ ਘਟਨਾ ਹੋ ਗਈ, ਘਰੇ ਹੀ ਸੀ ਬੈਠੇ। ਹੁਣ ਉਹਨਾਂ ਨੂੰ ਵੀ ਪਰੋਲ ਦੇ ਦਿਓ ਤੁਸੀਂ, ਟਿਲ ਫਰਦਰ ਆਰਡਰ ਤੁਸੀਂ ਹਾਈ ਕੋਰਟ ਲਿਖ ਕੇ ਦੇ ਦਿਓ। ਜਿਵੇਂ ਹੁਣ ਪਰਮਾਨੈਂਟ ਪਰੋਲ ਲੈਣ ਵਾਸਤੇ ਜਸਵੰਤ ਸਿੰਘ ਸ਼ਹੀਦ ਖਾਲੜਾ ਦੇ ਜਿਹੜੇ ਪੁਲਿਸ ਵਾਲੇ ਦੋਸ਼ੀ ਆ, ਉਹਨਾਂ ਨੇ ਹਾਈ ਕੋਰਟ ਲਾਇਆ ਹੋਇਆ ਵੀ ਸਾਨੂੰ ਪਰਮਾਨੈਂਟ ਪਰੋਲ ਦਿਓ ਜਾਂ ਸਾਨੂੰ ਰਿਹਾ ਕਰੋ। ਸਾਡੀ 9.5 ਸਾਲ ਬਾਅਦ ਰਿਹਾਈ ਹੋਣੀ ਚਾਹੀਦੀ ਐਜ਼ ਪਰ ਪੰਜਾਬ ਰੂਲ। ਸੋ ਉੱਥੇ ਦੇਖਦੇ ਹਾਂ ਹੁਣ ਸਰਕਾਰ ਕੀ ਕਰਦਾ। ਮੈਨੂੰ ਤਾਂ ਪਤਾ ਲੱਗਿਆ ਸੀ ਇਹਨਾਂ ਨੇ ਕੋਈ ਸੈਟਿੰਗ ਕੀਤੀ ਆ ਵੀ ਤੁਸੀਂ ਲਾਓ, ਅਸੀਂ ਨੋ ਓਬਜੈਕਸ਼ਨ ਕਰਾਂਗੇ। ਸੋ ਜਦੋਂ ਉਹਦੇ 'ਚ ਆਊਗਾ ਆਰਡਰ, ਫਿਰ ਪਤਾ ਲੱਗ ਜੂਗਾ ਵੀ ਇਹ ਇੱਕ ਸਾਰਿਆਂ ਨਾਲ ਬਰਾਬਰ ਦਾ ਵਿਹਾਰ ਕਰਦੇ ਆ ਜਾਂ ਕਿਸੇ ਨਾਲ ਪੱਖਪਾਤ ਦੀ ਨੀਤੀ ਹੈਗੀ ਆ। ਪੱਖਪਾਤ ਹੈਗਾ ਹੀ ਆ, ਸਟੇਟ ਦਾ ਰਿਹਾ ਹੀ ਆ, ਪਰ ਜੇ ਹੁਣ ਇਹ ਨਵੀਂ ਸਰਕਾਰ ਵੀ ਕਰੂਗੀ ਫਿਰ ਆਉਂਦੇ ਦਿਨਾਂ 'ਚ ਪਤਾ ਲੱਗ ਜੂਗਾ। ਜਸਪਾਲ ਜੀ, ਇਹ ਵੀ ਦੱਸੋ ਤੁਸੀਂ ਵੀ ਤੁਹਾਡੇ ਵਰਗੇ ਬਹੁਤ ਸਾਰੇ ਲੋਕ ਚਲੋ ਇਸ ਹੱਕ 'ਚ ਨੇ ਵੀ ਕਾਨੂੰਨਨ ਤੌਰ 'ਤੇ ਉਹਨਾਂ ਦੀ ਰਿਹਾਈ ਬਣਦੀ ਹੈਗੀ ਹੈ, ਪਰ ਉਹ ਕਿੰਨੇ ਕੁ ਲੋਕ ਨੇ ਤੁਹਾਡੀ ਨੌਲੇਜ ਹੋਊਗਾ ਜਿਨ੍ਹਾਂ ਨੇ ਇਹਨਾਂ ਦੀ ਰਿਹਾਈ ਦੇ ਉਲਟ ਕੋਰਟ 'ਚ ਅਪਰੋਚ ਕੀਤਾ ਵੀ ਰਿਹਾਈ ਨਹੀਂ ਹੋਣੀ ਚਾਹੀਦੀ? ਉਹਦੇ 'ਚ ਦੇਖੋ, ਜਿਵੇਂ ਸਪੈਸੀਫਿਕ ਕੇਸ ਦੇ ਸੰਬੰਧ 'ਚ ਹੁਣ ਮਨਿੰਦਰਜੀਤ ਬਿੱਟੇ ਨੇ ਕੀਤਾ ਸੀ ਭੁੱਲਰ ਸਾਹਿਬ ਦੀ ਸੁਪਰੀਮ, ਜਦੋਂ ਨੋਟੀਫਿਕੇਸ਼ਨ ਸੈਂਟਰ ਗਵਰਨਮੈਂਟ ਨੇ ਕੀਤਾ ਸੀ 2019 'ਚ, ਤਾਂ ਦਸੰਬਰ 2019 'ਚ ਮਨਿੰਦਰਜੀਤ ਬਿੱਟੇ ਨੇ ਫਿਰ ਰਿਟ ਫਾਈਲ ਕੀਤੀ ਸੀ ਵੀ ਨਹੀਂ ਹੋਣਾ ਚਾਹੀਦਾ। ਉਹ 'ਤੇ ਸਟੇ ਹੋ ਗਿਆ ਸੀ ਫਿਰ ਪ੍ਰੋਸੀਡਿੰਗ 'ਤੇ। ਬਾਅਦ ਦੇ ਵਿੱਚ ਫਿਰ 2021 ਦਸੰਬਰ ਦੇ ਵਿੱਚ ਉਹਦੀ ਜਿਹੜੀ ਆ ਉਹ ਰਿਟ ਖਾਰਜ ਹੋ ਗਈ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਵੀ ਤੇਰਾ ਕੋਈ ਮਤਲਬ ਨਹੀਂਗਾ, ਕਿਉਂਕਿ ਉਹ ਅੰਡਰ ਪ੍ਰੋਸੈਸ ਆ, ਜਦੋਂ ਪ੍ਰੋਸੈਸ ਕੰਪਲੀਟ ਹੋ ਜਾਊਗਾ ਫਿਰ ਤੂੰ ਉਹਨੂੰ ਚੈਲੰਜ ਕਰ ਸਕਦਾ, ਕਿਸੇ ਪ੍ਰੋਸੈਸ ਨੂੰ ਨਹੀਂ ਤੂੰ ਚੈਲੰਜ ਕਰ ਸਕਦਾ। ਦੂਸਰਾ ਇਹ ਵੀ ਮਨਿੰਦਰਜੀਤ ਬਿੱਟਾ ਨਾ ਤਾਂ ਉਸ ਕੇਸ ਦਾ ਮੁਦਈ ਆ, ਨਾ ਉਸ ਕੇਸ ਦੇ ਵਿੱਚ ਕਦੀ ਬਤੌਰ ਵਿਟਨੈਸ ਆਇਆ। ਸੋ ਉਹਦਾ ਕੋਈ ਲੋਕਲ ਸਟੈਂਡਰਡ ਹੀ ਨਹੀਂ ਬਣਦਾ ਉਹਨੂੰ ਚੈਲੰਜ ਕਰਨਾ। ਹੁਣ ਵੀ ਜਿਹੜੀ ਅਸੀਂ ਰਿਟ ਪਾਈ ਹੈਗੀ ਹੈ ਇੱਥੇ ਹਾਈ ਕੋਰਟ, ਉਹਦੇ 'ਚ ਵੀ ਉਹਨੇ ਆਪਣੇ ਆਪ ਨੂੰ ਪਾਰਟੀ ਬਣਾ ਕੇ ਤੇ ਉਹਨੂੰ ਅਪੋਜ਼ ਕੀਤਾ, ਪਰ ਅਸੀਂ ਉਹਦੇ 'ਚ ਇਹੀ ਰਿਪਲਾਈ ਦਿਆਂਗੇ ਆਉਂਦੀ ਤਰੀਕ 'ਤੇ ਵੀ ਇਹਦੀ ਆਲਰੇਡੀ ਸੇਮ ਤਰ੍ਹਾਂ ਦੀ ਜਿਹੜੀ ਰਿਟ ਆ ਉਹ ਆਲਰੇਡੀ ਸੁਪਰੀਮ ਕੋਰਟ ਨੇ ਡਿਸਮਿਸ ਕਰਤੀ ਹੋਈ, ਇਹਦਾ ਬਣਦਾ ਨਹੀਂ। ਸੋ ਭੁੱਲਰ ਸਾਹਿਬ ਦੇ ਸੰਬੰਧ 'ਚ ਬਿੱਟਾ ਹੀ ਇਹ ਗੱਲ ਕਰਦਾ ਹੈਗਾ, ਤੇ ਆਪਣੇ ਜਿਹੜੇ ਬੇਅੰਤ ਮਰਡਰ ਕੇਸ ਵਾਲੇ ਉਹ 'ਚ ਰਵਨੀਤ ਬਿੱਟੂ ਕਰਦਾ ਹੈਗਾ ਵੀ ਮੇਰੇ, ਪਰ ਰਵਨੀਤ ਬਿੱਟੂ ਇਕੱਲਾ ਹੀ ਕਰਦਾ, ਉਹਦੀ ਸਾਰੀ ਫੈਮਿਲੀ ਨਹੀਂ ਕਰਦੀ। ਉਹਨਾਂ ਨੇ ਪਹਿਲਾਂ ਆਲਰੇਡੀ ਰਵਨੀਤ ਬਿੱਟੂ ਨੇ ਵੀ ਕਹਿ ਦਿੱਤਾ ਸੀ ਵੀ ਜੇ ਮੋਦੀ ਜੀ ਇਹ ਕਿਸਾਨੀ ਵਾਪਸ ਲੈ ਲੈਣ ਤਾਂ ਕਰ ਲੈਣ। ਉਹ ਗੱਲ ਉਹਦੀ ਅੱਜ ਕਿੱਥੇ ਆ, ਤੇ ਅੱਜ ਕਿਹੜੇ ਕੇਸ ਪੋਲੀਟਿਕਸ ਨੂੰ ਖੇਡਦੇ ਹੋਏ ਇਹ ਗੱਲ ਕਰਦਾ ਵੀ ਮੈਂ ਕਿਸੇ ਨੂੰ ਵੀ ਨਹੀਂ ਹੋਣ ਦੇਣਾ। ਸੋ ਬਾਕੀ ਫੈਮਿਲੀ ਜਿਹੜੀ ਆ ਉਹਨਾਂ ਦੀ ਬੇਅੰਤ CM ਦੀ ਉਹ ਸਾਰੀ ਸਪੋਰਟ ਵੀ ਕਰਦੀ ਵੀ ਜੇ ਕੋਈ ਕਾਨੂੰਨ ਮੁਤਾਬਕ ਛੁੱਟਦਾ ਤਾਂ ਛੁੱਟੇ। ਸੋ ਇਹਦੇ 'ਚ ਅੰਤ ਇਹੀ ਆ ਵੀ ਜਿਹੜਾ ਰਿਹਾਈ ਦਾ ਡਿਸੀਜਨ ਉਹ ਵੀ ਪੋਲੀਟੀਕਲ ਆ, ਜਿਹੜੇ ਕਹਿ ਰਹੇ ਆ ਉਹ ਵੀ ਆਪਣੀ ਪੋਲੀਟਿਕਸ ਖੇਡ ਰਹੇ, ਜਿਹੜੇ ਰੋਕ ਰਹੇ ਉਹ ਆਪਣੀ ਰਾਜਨੀਤੀ ਜਿਹੜੀ ਆ ਉਹ ਆਪਣੀ ਜਿਹੜੀ ਆ ਵੋਟ ਬੈਂਕ ਬਚਾਉਂਦੇ ਆ ਜਾਂ ਉਹਨਾਂ ਦੀ ਜਿਹੜੀ ਆਪਣੀ ਕਿਸਮ ਦੀ ਰਾਜਨੀਤੀ ਉਹ ਕਰ ਰਹੇ ਹੈਗੇ ਆ। ਅੱਛਾ, ਆਖਰੀ ਸਵਾਲ ਜੀ, ਹੁਣ ਜੋ ਕੁਝ ਵੀ ਚੱਲ ਰਿਹਾ ਇੰਨੇ ਸਾਲਾਂ ਤੁਸੀਂ ਦੇਖ ਰਹੇ ਹੋ, ਕੀ ਸਮਝਦੇ ਹੋ ਤੁਸੀਂ ਹੁਣ ਕੀ ਕਰਨ ਦੀ ਲੋੜ ਹੈ, ਕੀ ਤੁਹਾਡੀ ਅਗਲੀ ਪਲੈਨਿੰਗ ਰਹੂਗੀ, ਤੇ ਸਿੱਖਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ, ਕੀ ਅਪੀਲ ਕਰਨੀ ਚਾਹੋਗੇ? ਉਹਦੀ ਦੇਖੋ, ਬੰਦੀ ਸਿੰਘਾਂ ਦਾ ਜਿਹੜਾ ਮੁੱਦਾ ਹੈਗਾ ਇਹ ਤਾਂ ਵਿਦਨ ਕਾਨੂੰਨ ਹੀ ਤੁਹਾਡਾ ਲੜਿਆ ਜਾਣਾ ਜੇ ਪੋਲੀਟੀਕਲ ਡਿਸੀਜਨ ਨਹੀਂ ਲੈਂਦਾ। ਸੋ ਜਿਸ ਤਰ੍ਹਾਂ ਆਪਾਂ ਭੁੱਲਰ ਸਾਹਿਬ ਤੇ ਗੁਰਮੀਤ ਸਿੰਘ ਦੇ ਸੰਬੰਧ 'ਚ ਹਾਈ ਕੋਰਟ ਗਏ ਆ, ਭਾਈ ਰਾਜੋਆਣਾ SGPC ਦੇ ਰਾਹੀਂ ਗਏ ਹੋਏ ਸੁਪਰੀਮ ਕੋਰਟ। ਸੋ ਇੱਥੋਂ ਨਹੀਂ ਮਿਲਦਾ ਫਿਰ ਸੁਪਰੀਮ ਕੋਰਟ ਜਾਵਾਂਗੇ। ਬਾਕੀਆਂ ਨੂੰ ਜੇ ਕਿਸੇ ਨੂੰ ਰਾਹਤ ਮਿਲੀ ਆ ਕੋਰਟ ਵੱਲੋਂ ਤੇ ਬਾਕੀਆਂ ਨੂੰ ਵੀ ਰਾਹਤ ਮਿਲ ਸਕਦੀ ਆ। ਬਾਕੀ ਇਹ ਜਿਹੜਾ ਪੋਲੀਟੀਕਲ ਜਾਂ ਜਿਹੜਾ ਪ੍ਰੈਸ਼ਰ ਵਾਲੀ ਗੱਲ ਹੈਗੀ ਆ ਉਹ ਮੈਂ ਹਮੇਸ਼ਾ ਤੋਂ ਮਹਿਸੂਸ ਕਰਦਾ ਵੀ ਵੱਜਵਾਂ ਪ੍ਰੈਸ਼ਰ ਨਹੀਂ ਪੈਂਦਾ। ਹਰੇਕ ਕੋਈ ਆਪੋ ਆਪਣੀ ਗੱਲ, ਕੋਈ ਕਹਿੰਦਾ ਮੇਰੀ ਸ਼ਿਖਾਵਤ ਨਾਲ ਗੱਲ ਹੋ ਗਈ, ਕੋਈ ਕਹਿੰਦਾ ਮੇਰੀ ਅਮਿਤ ਸ਼ਾਹ ਨਾਲ ਗੱਲ ਆ, ਕੋਈ ਬਾਹਰੋਂ ਕਹਿੰਦਾ ਅਸੀਂ ਉੱਥੋਂ UK ਤੋਂ ਮੋਦੀ ਨਾਲ ਗੱਲ ਕਰ ਰਹੇ ਹਾਂ, ਕੋਈ ਏਜੰਸੀਆਂ ਦੇ ਅਜੀਤ ਡਵਾਲ ਨਾਲ ਗੱਲ ਕਰਦਾ ਵੀ ਸਾਡੀ ਉਹਨਾਂ ਨਾਲ ਗੱਲ ਹੋ ਗਈ ਆ। ਸੋ ਉਹਨਾਂ ਦੇ ਹਿਸਾਬ ਨਾਲ ਇਹ ਸਾਰੇ ਗਰੁੱਪ ਆ ਆਪੋ ਆਪਣੇ ਹਿੱਤ ਕਰ ਰਹੇ ਆ। ਜਿੱਦਣ ਉਹਨਾਂ ਨੂੰ ਮਹਿਸੂਸ ਹੋਇਆ ਵੀ ਸਾਰੇ ਇਸ ਮੁੱਦੇ 'ਤੇ ਇਕੱਠੇ ਆ, ਜਾਂ ਮਨਜਿੰਦਰ ਸਿਰਸੇ ਨੇ ਕਿਹਾ ਪਹਿਲਾਂ ਵੀ ਅਸੀਂ ਹੁਣ ਸ਼ਾਮਲ ਹੋ ਗਏ, ਅਸੀਂ ਕਰਾਵਾਂਗੇ, ਉਹ ਕੁਲਦੀਪ ਸਿੰਘ ਖੇੜੇ ਨੂੰ ਉਹਨੂੰ ਲਾਰੇ ਲਾਉਂਦਾ ਰਿਹਾ ਵੀ ਤੂੰ ਰਿਟ ਨਾ ਪਾਈ,
ਨਹੀਂ ਤੇ ਹੁਣਾ ਨਹੀਂ ਤੇਰਾ 15 ਦਿਨਾਂ 'ਚ ਆ ਜਾਣਾ। ਉਹਦੀ ਪਰੋਲ ਪੂਰੀ ਹੋਣ ਲੱਗੀ ਆ। ਉਹ ਹੁਣ ਮਨਜਿੰਦਰ ਸਿਰਸਾ ਗੁਰਦੀਪ ਸਿੰਘ ਖੇੜੇ ਦਾ ਫੋਨ ਹੀ ਨਹੀਂ ਚੁੱਕਦਾ। ਉਹਨਾਂ ਨੇ ਮੇਰੀ ਗੱਲ ਹੋਈ ਖੇੜਾ ਸਾਹਿਬ ਨਾਲ। ਸੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਜਿਹੜੇ ਭਾਵਨਾਵਾਂ ਦੇ ਨਾਲ ਨਹੀਂ ਖੇਡਣਾ ਚਾਹੀਦਾ। ਤੇ ਸੈਂਟਰ ਨੂੰ ਪਤਾ ਵੀ ਕਿਹਦੀ ਕਿਹਦੀ ਕੀ ਰਾਜਨੀਤੀ, ਇਸੇ ਕਰਕੇ ਮੈਂ ਸਮਝਦਾ ਉਹ ਕਰ ਨਹੀਂ ਰਹੇ। ਜਦੋਂ ਸਾਰੇ ਆਪਣੇ ਹਿੱਤ ਛੱਡ ਕੇ ਸਮੇਤ ਸ਼੍ਰੋਮਣੀ ਕਮੇਟੀ ਸਾਰੇ ਅਕਾਲੀ ਦਲ ਸਮੇਤ ਸਾਰੀਆਂ ਜਥੇਬੰਦੀਆਂ ਇਹ ਕਹਿਣਗੇ ਵੀ ਨਹੀਂ ਜੀ ਸਾਡੀ ਹੋਰ ਕੋਈ ਗੱਲ ਨਹੀਂ, ਸਾਡੇ ਬੰਦੇ ਛੱਡੋ, ਉਸ ਦਿਨ ਕਿਸੇ ਨੇ ਨਹੀਂ ਪੁੱਛਣਾ, ਸਾਨੂੰ ਖੁਆਰ 'ਚੋਂ ਪਤਾ ਲੱਗਣਾ ਵੀ ਫਲਾਣੇ ਛੁੱਟ ਗਏ। ਸੋ ਬੱਝਵਾਂ ਪ੍ਰੈਸ਼ਰ ਨਹੀਂ ਹੈਗਾ ਤੇ ਲੀਗਲੀ ਜਿਹੜਾ ਹੈਗਾ ਉਹ ਅਸੀਂ ਕਰ ਹੀ ਰਹੇ ਹਾਂ। ਜਿਹੜਾ ਪਹੁੰਚ ਕਰੂਗਾ ਅਸੀਂ ਉਹਦਾ ਜ਼ਰੂਰ ਕਰਾਂਗੇ। ਜੀ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਸੋ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਹੋਰਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ। ਇਸ ਵੇਲੇ ਕਰੰਟ ਸਟੇਟਸ ਕੀ ਹੈ ਸਿੱਖ ਪ੍ਰਿਜ਼ਨਰਸ ਦੀ ਰਿਹਾਈ ਨੂੰ ਲੈ ਕੇ, ਤੇ ਇਹਨਾਂ ਦਾ ਕਹਿਣਾ ਹੈ ਵੀ ਇੱਕ ਪਾਸੇ ਜਿਹੜਾ ਗਜੇਂਦਰ ਸ਼ੇਖਾਵਤ ਨੇ ਵੀ ਜੋ ਬਿਆਨ ਦਿੱਤਾ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਕੱਲ੍ਹ ਕਿਹਾ ਕਿ ਸੈਂਟਰ ਨੇ ਆਪਦੇ ਲੈਵਲ ਤੇ ਜੋ ਉਹਨਾਂ ਦੇ ਹੱਥ 'ਚ ਸੀ ਉਹ ਸਾਰਾ ਕੁਝ ਕਰ ਦਿੱਤਾ ਹੈ। ਹੁਣ ਮਾਮਲਾ ਜਿਹੜਾ ਹੈਗਾ 2 ਕੇਸਿਸ ਜਿਹੜੇ ਨੇ ਉਹ ਕਰਨਾਟਕਾ ਅਤੇ ਦਿੱਲੀ ਸਰਕਾਰ ਦੇ ਨਾਲ ਜੁੜੇ ਹੋਏ ਨੇ, ਪਰ ਉਹਨਾਂ ਦਾ ਵੀ ਇਹਨਾਂ ਨੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਅਜੇ ਰਿਹਾਈ ਹੈ ਜਿਹੜੀ ਉਹ ਵੀ ਉਸ ਤਰੀਕੇ ਦੇ ਨਾਲ ਸਾਰਿਆਂ ਦੀ ਨਹੀਂ ਹੋ ਪਾਈ। ਤੇ ਨਾਲ ਹੀ ਜਿਹੜੀ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਉਹਨਾਂ ਦੀ ਉਮਰ ਕੈਦ ਜਿਹੜੀ ਉਹਦੇ ਵਿੱਚ ਤਬਦੀਲ ਕਰਨੀ ਸੀ ਸਜ਼ਾ, ਉਹ ਵੀ ਅਜੇ ਇੰਪਲੀਮੈਂਟ ਹੁੰਦੀ ਨਜ਼ਰ ਨਹੀਂ ਆ ਰਹੀ। ਤੇ ਨਾਲ ਹੀ ਇਹ ਵੀ ਇਹਨਾਂ ਦਾ ਮੰਨਣਾ ਹੈ ਕਿ ਬਹੁਤ ਸਾਰੀਆਂ ਅਲੱਗ-ਅਲੱਗ ਪਾਸਿਓਂ ਇਹ ਡਿਮਾਂਡ ਜ਼ਰੂਰ ਕੀਤੀ ਜਾਂਦੀ ਹੈਗੀ ਹੈ ਪੰਜਾਬ ਦੇ ਵਿੱਚੋਂ, ਪਰ ਇੱਕ ਬੱਝਵਾਂ ਪ੍ਰੈਸ਼ਰ ਜਿਹੜਾ ਦੇਖਣ ਨੂੰ ਨਹੀਂ ਮਿਲ ਰਿਹਾ ਜੋ ਜ਼ਰੂਰੀ ਹੈ। ਪਰ ਦੇਖਣ ਵਾਲੀ ਗੱਲ ਹੋਊਗੀ ਹੁਣ ਬੰਦੀ ਸਿੰਘਾਂ ਦੀ ਰਿਹਾਈ ਹੈ ਜਿਹੜੀ ਉਹ ਕਿੰਨੇ ਸਮੇਂ ਤੱਕ ਹੋਊਗੀ। ਤੇ ਜਿਵੇਂ ਇਹਨਾਂ ਨੇ ਕਿਹਾ ਵੀ ਅਲੱਗ-ਅਲੱਗ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਚੋਣਾਂ ਦੇ ਹਿਸਾਬ ਦੇ ਨਾਲ ਦੇਖਦੇ ਨੇ ਕਿ ਕਿਹੜੀ ਸਟੇਟ 'ਚ ਚੋਣਾਂ ਨੇ, ਕਦੋਂ ਚੋਣਾਂ ਨੇ, ਉਸ ਦੇ ਮੁਤਾਬਿਕ ਫੈਸਲਾ ਲਿਆ ਜਾਵੇ। ਸੋ ਉਸ 'ਤੇ ਵੀ ਕਿਤੇ ਨਾ ਕਿਤੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਨੇ ਕਿ ਫੈਸਲਾ ਜਿਹੜਾ ਹੋਊਗਾ ਉਹ ਕਦੋਂ ਲਿਆ ਜਾਊਗਾ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।